वाहिगुरु जी का खालसा वाहिगुरु जी की फतेह। शब्दाय अवतार सृष्टि के कर्ता धन धन साहिब श्री गुरु ग्रंथ साहिब जियां दी पावन चरण शरण विच बड़ी ही भावना दे सहित जुड़ बैठे हो। भागा भरिया समा सतगुरां दी कृपा नाल प्राप्त होया। आओ इस समय नूं सतगुरां दे प्रेम दे विच सफला बनाइए। गुर इतिहास दे कीमती पन्नियां तो आप जी ने सरवण कीता सी। भैण बेबे नानकी जी दे वचनां नूं मन के सतगुर जी घर परिवार विच रहिंदे ने। मोदी खाने की देख रेख करते हैं। इसे समय दौरान निंदक लोगों ने सतगुरां दी खूब निंदिया की। समय के नवाब कोल आके भी चुगलियां लाइयां। नवाब दौलत खान ने भी लोगों के वस होके गुरु साहब को कह दिता हिसाब किताब दिओ। ते गुरु पातशाह जी ने बेपरवाह होके नवाब दौलत खान के सामने हिसाब किताब का चिट्ठा खोल दिता। नवाबी शर्मिंदा होया, निंदक चुगलखोर भी होए, पर सतगुर जी सहज सुभाव अपने खेड़े विच रहिंदे ने। उन्हां नूं कोई फर्क नहीं पैंदा कौन उन्हां बारे की कहंदा। जिवें जिवें सतगुरां नूं इस गल नाल फर्क नहीं, तिवें तिवें निंदक निंदिया वधा रहे ने, चुगलां ने चुगलियां वधा दित्तियां। दस्तूर बन गया जमाने का, हर मोड़ ते गुरु नानक साहब की बुराई करनी। पर जिन्हां दे भाग माड़े ने, कर्म बुरे ने, इस मनुखा जन्म दे विच भी रब नूं ही कोस रहे ने। इन्हां सारे प्रकरणां नूं विस्तार सहित आप जी ने सरवण कीता है। आओ जी, ये जिन्ने भी प्रसंगां दे जिक्र चल रहे ने बड़े प्रेम दे। इन्हां प्रसंगां द्वारा असीं गुरु नानक साहब जी नूं बहुत करीब तो वेख सकते हैं। जदों तक कि अपने सतगुर दे नेड़े नहीं होवांगे, उन्हां दे कीते व्यवहार, उन्हां दे वरताए चोजां नूं आप सरवण नहीं करांगे, उदों तक वो अवस्था प्राप्त नहीं होनी जिस अवस्था दे आपां पांधी होनी चाहिए। सुरतियां वृत्तियां नूं एकाग्र चित बनाओ, आसीस बख्शो। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा श्री अंगद टिग अपर सिख ऋषन कीन हित लाए। इस पावन कथा नूं
ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਕਲਮਬੰਦ ਕਰ ਰਹੇ ਨੇ। ਕਥਾ ਦਾ ਪੁਰਾਤਨ ਸਰੋਤ ਹੈ ਜਨਮ ਸਾਖੀ ਭਾਈ ਬਾਲਾ ਜੀ ਅਤੇ ਆਦਿ ਗ੍ਰੰਥ। ਹੁਣ ਇਹ ਪਾਵਨ ਕਥਾ ਉਸ ਵੇਲੇ ਭਾਈ ਬਾਲਾ ਜੀ ਖਡੂਰ ਦੀ ਪਾਵਨ ਧਰਤੀ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਸੁਣਾਉਂਦੇ ਨੇ ਤੇ ਭਾਈ ਪੈੜਾ ਜੀ ਲਿਖ ਰਹੇ ਨੇ। ਜਿਵੇਂ ਜਿਵੇਂ ਭਾਈ ਬਾਲਾ ਜੀ ਕਦਮ ਦਰ ਕਦਮ ਇੱਕ ਇੱਕ ਪਲ ਜੋ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਬਤੀਤ ਕੀਤਾ ਹੈ ਉਹ ਪਿਆਰ ਵਿੱਚ ਭਿੱਜ ਕੇ ਸੁਣਾਉਂਦੇ ਨੇ ਤੇ ਭਾਈ ਪੈੜਾ ਜੀ ਵੀ ਬਿਜਲੀ ਦੀ ਰਫ਼ਤਾਰ ਨਾਲ ਉਸ ਸਮੇਂ ਨੂੰ ਲਿਖ ਰਹੇ ਨਾਲ ਦੀ ਨਾਲ। ਗੁਰੂ ਅੰਗਦ ਦੇ ਪਾਤਸ਼ਾਹ ਇਸ ਕਥਾ 'ਚ ਕੋਈ ਸਵਾਲ ਨਹੀਂ ਕਰਦੇ, ਇੰਨੇ ਭਿੱਜ ਜਾਂਦੇ ਆ। ਕਈ ਵਾਰ ਇਹ ਚਲਦੀ ਕਥਾ ਭਾਈ ਬਾਲਾ ਜੀ ਵਧਾ ਲੈਂਦੇ ਆ ਅੱਗੇ ਅੱਗੇ, ਕਿਉਂਕਿ ਸਤਿਗੁਰ ਜੀ ਨੇਤਰ ਨਹੀਂ ਖੋਲਦੇ, ਅਵਸਥਾ ਜੁੜ ਜਾਂਦੀ ਹੈ। ਆਨੰਦ ਹੈ। ਖਡੂਰ ਦੀ ਪਾਵਨ ਧਰਤੀ ਤੇ ਇਹ ਮਾਨੋ ਸੱਚਖੰਡ ਵਰਤ ਰਿਹਾ ਹੈ, ਸਵਰਗ ਬਣਿਆ ਹੋਇਆ ਹੈ। ਹੁਣ ਜਿਸ ਵੇਲੇ ਸਾਰੀਆਂ ਸੰਗਤਾਂ ਕਥਾ ਨੂੰ ਬੜੀ ਰੁਚੀ ਨਾਲ ਸੁਣਦੀਆਂ ਨੇ, ਜਦ ਆਪਾਂ ਕਿਸੇ ਚੀਜ਼ ਨੂੰ ਧਿਆਨ ਨਾਲ ਸੁਣਦੇ ਆ ਉਹਦਾ ਹਰ ਪਹਿਲੂ ਹਰ ਐਂਗਲ ਅਸੀਂ ਵਾਚਦੇ ਹਾਂ, ਸਾਡੀ ਸਮਝ ਤੀਖਣ ਹੋ ਜਾਂਦੀ ਹੈ। ਹੁਣ ਦੇਖੋ ਜਿੱਥੇ ਤੁਹਾਡੀ ਸਮਝ ਦਾ ਤਲ ਹੈ, ਤੁਸੀਂ ਕਿੰਨੇ ਲੰਮੇ ਸਮੇਂ ਤੋਂ ਕਥਾ ਸੁਣਦੇ ਹੋ, ਇੱਕ ਨਵਾਂ ਵਿਅਕਤੀ ਆਏਗਾ ਉਹਨੂੰ ਪਹਿਲੇ ਦਿਨ ਇਹ ਕੁਝ ਸਮਝ ਹੀ ਨਹੀਂ ਆਉਣਾ, ਕਿਉਂਕਿ ਸਰੋਤ ਗਹਿਰੀ ਹੈ, ਡੂੰਘੀ ਹੁੰਦੀ ਜਾ ਰਹੀ ਹੈ। ਭਾਈ ਬਾਲਾ ਜੀ ਜਿਸ ਵੇਲੇ ਇਸ ਕਥਾ ਨੂੰ ਸੁਣਾਉਂਦੇ ਨੇ ਕਹਿੰਦੇ ਸਰੋਤੇ ਨੇਤਰ ਬੰਦ ਕਰ, ਜਾਂ ਕਈ ਵਾਰ ਸਤਿਗੁਰਾਂ ਨੂੰ ਵੇਖ ਵੇਖ ਸੁਣਦੇ ਨੇ ਤੇ ਰੋ ਪੈਂਦੇ ਆ ਮੁਹਾਰੇ। ਅੱਜ ਵੀ ਕਹਿੰਦੇ ਹਰ ਰੋਜ਼ ਦੀ ਤਰ੍ਹਾਂ ਜਦੋਂ ਕਥਾ ਸ਼ੁਰੂ ਹੋਈ, ਕਥਾ ਦੀ ਸਮਾਪਤੀ ਵੇਲੇ ਭਾਈ ਬਾਲਾ ਜੀ ਦੇ ਤਾਈਂ ਕੁਝ ਸਿੱਖਾਂ ਨੇ, ਜਗਿਆਸੂਆਂ ਨੇ, ਪਿਆਰਿਆਂ ਨੇ ਇੱਕ ਸਵਾਲ ਕੀਤਾ। ਸਵਾਲ ਕਈ ਤਰ੍ਹਾਂ ਦੇ ਹੁੰਦੇ। ਇੱਕ ਸਵਾਲ ਕਿਸੇ ਨੂੰ ਨੀਚਾ ਵਿਖਾਉਣ ਵਾਸਤੇ ਹੁੰਦਾ ਹੈ, ਇੱਕ ਸਵਾਲ ਸਿਰਫ ਆਪਣੀ ਸਿਫਤ ਵਾਸਤੇ ਹੁੰਦਾ ਵੀ ਮੈਂ ਕਿੰਨਾ ਪੜ੍ਹਿਆ, ਕਿੰਨੀ ਵੱਡੀ ਨੌਲੇਜ ਮੇਰੇ ਕੋਲੇ ਹੈ। ਪਰ ਤੀਜਾ ਸਵਾਲ ਸਿਰਫ ਤੇ ਸਿਰਫ ਉਸ ਅਵਸਥਾ, ਉਸ ਸਮੇਂ ਨੂੰ ਜਾਣਨ ਵਾਸਤੇ ਹੁੰਦਾ ਹੈ ਵੀ ਮੈਂ ਇਸ ਚੀਜ਼ ਦੀ ਪ੍ਰੋੜਤਾ ਨਹੀਂ ਕਰ ਸਕਿਆ, ਮੈਨੂੰ ਇਹਦੀ ਬਹੁਤੀ ਸਮਝ ਨਹੀਂ ਪਈ। ਅੰਦਰ ਸਵਾਲ ਪੈਦਾ ਹੋਇਆ, ਏਦਾਂ ਕਿਉਂ ਹੋਇਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣਾਉਂਦੇ ਸੁਣਾਉਂਦੇ ਭਾਈ ਬਾਲਾ ਜੀ ਨੇ ਜਿਸ ਵੇਲੇ ਫਤਿਹ ਬੁਲਾ ਦਿੱਤੀ ਉਸ ਵੇਲੇ ਸੀਸ ਨਵਾਇਆ। ਪਰ ਇਹ ਦੀਵਾਨ ਐਸਾ ਹੈ, ਕਈ ਵਾਰ ਸਮਾਪਤੀ ਕਰਦਿਆਂ ਕਰਦਿਆਂ ਕਥਾ ਫਿਰ ਆਰੰਭ ਹੋ ਜਾਂਦੀ ਸੀ। ਜਿਵੇਂ ਦਰਿਆਵਾਂ ਤੇ ਸਮੁੰਦਰਾਂ ਦੇ ਵੇਗ ਹੁੰਦੇ ਆ ਨਾ, ਛਾਲਾਂ ਜਿੱਧਰ ਚੱਲ ਗਈ। ਕੁਝ ਗੁਰਸਿੱਖ ਕਈ ਦਿਨਾਂ ਤੋਂ ਚਰਚਾ ਕਰਦੇ ਆ, ਜਿਨ੍ਹਾਂ ਦੇ ਵਿੱਚੋਂ ਬਾਬਾ ਬੁੱਢਾ ਜੀ, ਉਹਨਾਂ ਨਾਲ ਕੁਝ ਪਿਆਰੇ ਹੋਰ ਨੇ ਜਿਨ੍ਹਾਂ ਨੂੰ ਪਰਮਹੰਸ ਦੀਆਂ ਉਪਾਧੀਆਂ ਮਿਲੀਆਂ। ਆਪ ਜੀ ਨੇ ਪਿੱਛੇ ਸਾਰਿਆਂ ਦੇ ਨਾਮ ਸਰਵਣ ਕੀਤੇ, ਮੈਂ ਉਸ ਪਾਸੇ ਵਿਸਥਾਰ ਨਾ ਕਰਾਂ। ਕਈ ਦਿਨਾਂ ਦੇ ਸੋਚਦੇ ਸੀ ਵੀ ਅਸੀਂ ਭਾਈ ਬਾਲਾ ਜੀ ਦੇ ਤਾਂ ਹੀ ਇੱਕ ਸਵਾਲ ਕਰਨਾ ਹੈ, ਇੱਕ ਕੁਐਸਚਨ ਪੁੱਟ ਕਰਨਾ ਹੈ, ਸਿਰਫ ਜਾਣਨ ਵਾਸਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਵਿਸ਼ਾਲ ਨੇ, ਵੱਡੇ ਨੇ, ਜਿਨ੍ਹਾਂ ਨੂੰ ਗਿਣਤੀ ਮਿਣਤੀ ਅੱਖਰਾਂ ਦੇ ਵਿੱਚ ਲਿਖਿਆ ਤੋਲਿਆ ਜਾ ਨਹੀਂ ਸਕਦਾ। ਕਰਤ ਭਲਾ ਸਭ ਕੋ ਗੁਰੂ, ਸੋ ਕਿਉ ਬੁਰਾ ਕਮਾਈ। ਹੁਣ ਸਵਾਲ ਕੀ ਸੀ? ਆਖਣ ਲੱਗੇ ਮਹਾਰਾਜ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁੱਢ ਤੋਂ ਸਾਰਿਆਂ ਦਾ ਹੀ ਭਲਾ ਕਰਦੇ, ਸਭ ਦਾ ਭਲਾ, ਜਿਹੜਾ ਭਲਾ ਸ਼ਬਦ ਆ ਨਾ, ਇਹ ਪਾਰਟਿਕੂਲਰ ਕਿਸੇ ਇੱਕ ਵਿਅਕਤੀ ਵਾਸਤੇ ਨਹੀਂ ਹੈ ਵੀ ਮੈਂ ਆਪਣੀ ਕਮਿਊਨਿਟੀ ਦੇ ਲੋਕਾਂ ਦਾ ਭਲਾ ਕਰਾਂ ਤੇ ਉਹੀ ਭਲਾ ਹੈ, ਮੈਂ ਇਕੱਲੇ ਸਿੱਖਾਂ ਦਾ ਹੀ ਭਲਾ ਕਰਾਂ ਤੇ ਉਹੀ ਭਲਾ ਹੈ। ਇਹ ਨਹੀਂ ਹੈ, ਨਾ ਸਿਖਾਇਆ ਮਹਾਰਾਜ ਨੇ ਸਾਨੂੰ ਭਲੇ ਦੀ ਰਵਾਇਤ ਕਿੱਥੋਂ ਮਿਲੀ? ਭਾਈ ਕਨ੍ਹਈਆ ਜੀ ਤੋਂ, ਜਿਨ੍ਹਾਂ ਨੇ ਦੁਸ਼ਮਣ ਦੇ ਲੱਗੀਆਂ ਗੋਲੀਆਂ ਤੇ ਜ਼ਖਮ ਵੇਖ ਕੇ ਵੀ ਨਹੀਂ ਵੇਖਿਆ ਵੀ ਦੁਸ਼ਮਣ ਨੇ ਪਾਣੀ ਪਿਲਾਇਆ, ਜਾਤ ਨਹੀਂ ਵੇਖੀ, ਧਰਮ ਨਹੀਂ ਵੇਖਿਆ, ਮਜ਼ਹਬ ਨਹੀਂ ਵੇਖਿਆ। ਇਸੇ ਕਰਕੇ ਨਿਤ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਵਿੱਚ ਸਾਡੇ ਉਹ ਦੁਸ਼ਮਣ ਜਿਨ੍ਹਾਂ ਨੂੰ ਅਸੀਂ ਦੁਸ਼ਮਣ ਬਣਾਈ ਫਿਰਦੇ ਆ, ਉਹਨਾਂ ਦਾ ਵੀ ਭਲਾ, ਜਿਹਨੂੰ ਸਰਬੱਤ ਕਹਿੰਦੇ ਆ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਦਾ ਭਲਾ ਕਰਦੇ ਆ,
ਲੋਕ ਉਹਨਾਂ ਦੀ ਬੁਰਾਈ ਕਿਉਂ ਕਰਦੇ ਆ? ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਸਭ ਕੁਝ ਮਿਲਿਆ ਹੁੰਦਾ, ਆਪਣੇ ਨਾਲ ਬੀਤਿਆ ਹੋਇਆ। ਆਮ ਤੌਰ ਤੇ ਸੁਣਦੇ ਆ, ਨੇਕੀ ਕਰ ਛਿੱਤਰ ਖਾ, ਮੈਂ ਵੀ ਖਾਦੇ ਤੂੰ ਵੀ ਖਾ। ਇਹ ਕਲਯੁਗ ਦਾ ਜ਼ਮਾਨਾ ਹੈ। ਕਿਸੇ ਦਾ ਜਿੰਨਾ ਭਲਾ ਕਰ ਦੋਗੇ ਉਹ ਬੰਦਾ ਇਹ ਸਿਖਾ ਕੇ ਜਾਊ ਵੀ ਭਲਿਆ ਜ਼ਿੰਦਗੀ ਦੇ ਵਿੱਚ ਦੁਬਾਰਾ ਇਹ ਕੰਮ ਨਾ ਸੋਚੀ। ਸਮਾਜ ਸਾਨੂੰ ਸਿਖਾਉਂਦਾ ਹੈ, ਅਸੀਂ ਸਮਾਜਿਕ ਨਹੀਂ ਬਣਨਾ। ਸਮਾਜ ਕਹਿੰਦਾ ਕਿਸੇ ਦਾ ਭਲਾ ਨਾ ਕਰੋ, ਆਪਣਾ ਕਰੋ, ਆਪਣੇ ਬਾਰੇ ਸੋਚੋ। ਪਰ ਮੇਰਾ ਗੁਰੂ ਕਹਿੰਦਾ ਹੈ ਬੁਰੇ ਦਾ ਵੀ ਭਲਾ ਕਰਿਆ ਕਰ, ਆਪਣਾ ਮਨਸਬ ਨਾ ਵੇਖੀ, ਫਾਇਦਾ ਨਾ ਵੇਖੀ। ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਤਾਂ ਹੀ ਸਿੱਖਾਂ ਨੇ ਸਵਾਲ ਕੀਤਾ ਵੀ ਗੁਰੂ ਨਾਨਕ ਸਾਹਿਬ ਤੇ ਸਾਰਿਆਂ ਦਾ ਹੀ ਭਲਾ ਮੰਗਦੇ ਆ, ਜੇ ਦੁਸ਼ਮਣ ਵੀ ਉਹਨਾਂ ਦੇ ਮੋਦੀਖਾਨੇ ਤੇ ਆ ਬਹਿੰਦਾ ਹੈ, ਕਦੇ ਉਹਦੇ ਨਾਲ ਵਿਤਕਰਾ ਨਹੀਂ ਰੱਖਿਆ ਵੀ ਇਹਨੂੰ ਰਾਸ਼ਨ ਨਹੀਂ ਦੇਣਾ, ਭੋਜਨ ਨਹੀਂ ਦੇਣਾ, ਇੱਥੇ ਬੰਦਾ ਸਾਡੀ ਨਿੰਦਿਆ ਕਰਦਾ ਹੈ। ਉਹ ਸਭ ਚ ਰੱਬ ਵੇਖਦੇ ਆ। ਕਹਿੰਦੇ ਜਦ ਗੁਰੂ ਸਾਹਿਬ ਆਪਣਾ ਫਰਜ਼ ਅਦਾ ਕਰਦੇ ਆ ਤੇ ਲੋਕ ਉਹਨਾਂ ਨੂੰ ਬੁਰਾ ਕਿਉਂ ਕਹਿੰਦੇ ਆ? ਤੇ ਸਾਡੀ ਜ਼ਿੰਦਗੀ ਦੇ ਇਰਦ ਗਿਰਦ ਹੈ। ਕਈ ਵਾਰ ਆਪਾਂ ਸੋਚਦੇ ਆ ਯਾਰ ਮੈਂ ਸਭ ਦਾ ਭਲਾ ਕਰਦਾ, ਲੋਕੀ ਮੇਰੇ ਬੁਰਾ ਕਿਉਂ ਕਰਦੇ? ਮੈਂ ਹਰੇਕ ਬਾਰੇ ਚੰਗਾ ਸੋਚਦਾ, ਹਰ ਬੰਦੇ ਬਾਰੇ ਸੋਚਦਾ, ਤੇ ਜਿਹਨੂੰ ਮੈਂ ਰੱਬ ਵਰਗਾ ਸਮਝਿਆ ਮੈਨੂੰ ਉਹਨੇ ਦਿਨੇ ਤਾਰੇ ਵਿਖਾਏ। ਮੈਂ ਜਿਹਦੇ ਤੇ ਭਰੋਸਾ ਕੀਤਾ ਉਹਨੇ ਭਰੋਸਾ ਤੋੜ ਕੇ ਵਿਖਾਇਆ ਤੇ ਆਖਿਆ ਅੱਗੇ ਤੂੰ ਇਹ ਗਲਤੀ ਨਾ ਕਰੀ, ਵਿਸ਼ਵਾਸ ਨਾ ਕਿਸੇ ਤੇ ਕਰੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਉਂ ਭਲਾ ਕਰਦੇ? ਸਿੱਖਾਂ ਦਾ ਸਵਾਲ ਸੀ ਜਾਣਨ ਵਾਸਤੇ ਵੀ ਜਦ ਹਰ ਬੰਦਾ ਨਿੰਦਿਆ ਕਰਦਾ ਹੈ, ਮੋਦੀਖਾਨਾ ਕਿਉਂ ਨਹੀਂ ਛੱਡ ਦਿੰਦੇ? ਇਹ ਸਵਾਲ ਜੋ ਕਿ ਸਵਾਲ ਪੈਦਾ ਹੋ ਰਹੇ ਆ ਵੀ ਜਦੋਂ ਮੋਦੀਖਾਨੇ ਕਰਕੇ ਇੰਨੀ ਨਿੰਦਿਆ ਹੋ ਰਹੀ ਹੈ, ਲੋਕ ਇੰਨਾ ਬੁਰਾ ਕਹਿੰਦੇ ਆ, ਚੁਗਲੀਆਂ ਕਰਦੇ ਆ, ਪਹਿਲਾ ਤੇ ਸਵਾਲ ਇਹ ਹੈ ਵੀ ਲੋਕੀ ਬੁਰਾ ਕਰਦੇ ਕਿਉਂ ਨਹੀਂ ਜਦੋਂ ਸਤਿਗੁਰ ਨਹੀਂ ਕਰਦੇ? ਤੇ ਜੇ ਬੁਰਾ ਕਰਦੇ ਆ, ਬੁਰਾ ਬੋਲਦੇ ਆ, ਤੇ ਗੁਰੂ ਨਾਨਕ ਪਾਤਸ਼ਾਹ ਮੋਦੀਖਾਨਾ ਕਿਉਂ ਨਹੀਂ ਸੀ ਛੱਡਦੇ? ਦੁਨਿਆਵੀ ਤੌਰ ਤੇ ਇਸ ਗੱਲ ਨੂੰ ਲੈ ਕੇ ਚੱਲਾਂਗੇ ਨਾ, ਕੋਈ ਬੰਦਾ ਕੰਮ ਕਰਦਾ ਹੈ, ਦੁਨੀਆ ਗਾਲਾਂ ਕੱਢਦੀ ਹੈ ਵੀ ਇਹ ਠੱਗ ਹੈ, ਚੋਰ ਹੈ, ਪਰ ਛੱਡਦਾ ਵੀ। ਲੋਕੀ ਕਹਿੰਦੇ ਛੱਡੋ ਕਿਉਂ, ਬੈਨੀਫਿਟ ਹੁੰਦਾ ਹੈ, ਲਾਭ ਹੋ ਰਿਹਾ ਹੈ, ਇਹ ਲੁੱਟ ਕੇ ਖਾ ਰਹੇ ਆ ਸਰਕਾਰ ਨੂੰ, ਇਹ ਕਿਉਂ ਛੱਡੂ? ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨ੍ਹਾਂ ਨੂੰ ਕੋਈ ਲਾਭ ਨਹੀਂ ਹੈ, ਵੇਖ ਰਹੇ ਹੋ ਜਿੰਨਾ ਆਉਂਦਾ ਮਰਜ਼ ਦੁੱਗਣਾ ਆਪਣੇ ਪੱਲੇ ਤੋਂ ਵੀ ਲਾ ਕੇ ਵੰਡ ਦਿੰਦੇ। ਸਿੱਖ ਕਹਿੰਦੇ ਪਾਤਸ਼ਾਹ ਕਿਰਪਾ ਕਰਕੇ ਇਸ ਗੱਲ ਦਾ ਜਵਾਬ ਦਿਓ, ਅਸੀਂ ਜਾਣਨਾ ਚਾਹੁੰਦੇ ਆ ਗੁਰੂ ਸਾਹਿਬ ਦੀ ਲੋਕਾਂ ਨੇ ਬੁਰਾਈ ਕੀਤੀ ਕਿਉਂ ਹੈ? ਸ਼੍ਰੀ ਬਾਲਾ ਸੁੰਦਰ ਵਾਚ ਸਵਈਆ, ਸੁਣੀਏ ਮਨ ਧਾਰ ਇਕਾਗਰ ਕੋ, ਏ ਸ੍ਰੀ ਗੁਰ ਕੋ ਇਤਿਹਾਸ ਪਨੀਤਾ। ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦੇ ਸਨਮੁਖ ਸਿੱਖਾਂ ਨੇ ਬੇਨਤੀ ਕੀਤੀ ਤੇ ਸਤਿਗੁਰਾਂ ਦੀ ਨਿਮਰਤਾ ਵੇਖੋ, ਕਿੱਡੀ ਵੱਡੀ ਨਿਮਰਤਾ ਹੈ। ਹੱਥ ਜੋੜ ਕੇ ਕਹਿੰਦੇ ਸਾਡੇ ਨਾਲੋਂ ਵੱਧ ਜਾਣਦੇ ਨੇ ਭਾਈ ਬਾਲਾ ਜੀ, ਇਹ ਦੱਸਣਗੇ। ਇਹ ਨਾਲ ਰਹੇ ਨੇ ਜਦ ਕਿ ਭਾਈ ਬਾਲਾ ਜੀ ਜਾਣਦੇ ਨੇ, ਗੁਰੂ ਅੰਗਦ ਦੇਵ ਗੁਰੂ ਨਾਨਕ ਨੇ ਇਹਨਾਂ ਨਾਲ ਜੋ ਹੋਇਆ ਵੱਧ ਜਾਣਦੇ ਆ। ਇਹ ਵਡੱਪਣ ਹੈ, ਸਾਡੇ ਚ ਨਹੀਂ ਹੈ। ਅਸੀਂ ਤੇ ਦੂਜੇ ਨੂੰ ਗਲਤੀ ਦੱਸਣ ਜਾਂਦੇ ਆ, ਤੂੰ ਇੱਥੇ ਗਲਤ ਹੈ, ਤੈਨੂੰ ਆ ਨਹੀਂ ਪਤਾ, ਤੈਨੂੰ ਇਹ ਸਮਝ ਨਹੀਂ ਹੈ। ਪਰ ਉਸ ਵੇਲੇ ਵੇਖੋ ਗੁਰੂ ਅੰਗਦ ਦੇ ਪਾਤਸ਼ਾਹ ਤੋਂ ਵੱਧ ਤਾਂ ਨਹੀਂ ਜਾਣ ਸਕਦੇ ਭਾਈ ਬਾਲਾ ਜੀ, ਨਹੀਂ। ਇੱਕ ਰੁਤਬਾ ਹੈ, ਅਦਬ ਹੈ, ਸਤਿਕਾਰ ਹੈ। ਹੱਥ ਜੋੜ ਜਦੋਂ ਸਤਿਗੁਰਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਤੁਸੀਂ ਤੇ ਬਹੁਤ ਕਰੀਬੀ ਸੀ, ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜਾਣਦੇ ਤੁਸੀਂ ਸਾਰਾ ਕੁਝ ਹੋ, ਪਰ ਤੁਸੀਂ ਮੈਨੂੰ ਹੁਕਮ ਲਾਇਆ ਤੇ ਮੈਂ ਦੱਸਣਾ ਚਾਹੁੰਦਾ, ਮੈਂ ਦੱਸ ਰਿਹਾ। ਕਹਿੰਦੇ ਦੱਸਾਂਗਾ ਵੀ ਉਹ ਜੋ ਸੌਖਾ ਸਮਝ ਆ ਜੇ। ਜੇ ਹੁਣ ਭਾਈ ਬਾਲਾ ਜੀ ਇੱਥੇ 25 ਪ੍ਰਕਿਰਤੀਆਂ ਦਾ ਨਿਯਮ ਲਾਇਆ ਉਹਨਾਂ, ਸੂਖਸ਼ਮ ਅਵਸਥਾਵਾਂ ਦਾ ਜ਼ਿਕਰ ਕਰਨ ਵੀ ਆ ਬ੍ਰਹਮ ਗਿਆਨ ਦੀ ਅਵਸਥਾ ਹੈ, ਤੁਰਿਆ ਪਾਦਾ ਇਹ ਫਲਾਣੀ ਹੈ, ਕਹਿੰਦੇ ਉਹ ਸਮਝ ਨਹੀਂ ਆਉਣੀ। ਇਹ ਬਚਨ ਸੁਭਾਵਕ ਨੇ। ਕਹਿੰਦੇ ਮਹਾਰਾਜ ਮੈਂ ਦੁਨਿਆਵੀ ਤੌਰ ਤੇ ਪ੍ਰਮਾਣ ਦੇ ਕੇ ਇਹਨਾਂ ਸਿੱਖਾਂ ਦਾ ਸ਼ੰਕਾ ਨਿਵਰਤ ਕਰਦਾ ਹਾਂ। ਦ੍ਰਿਸ਼ਟਾਂਤ ਬਖਿਆਤ ਆਹੇ ਅਵਣੀ ਪਰ, ਤਾਹੇ ਸੁਣਾਈ ਕਹੂੰ ਸੁਣ ਮੀਤਾ। ਉਸ ਵੇਲੇ ਆਖਣ ਲੱਗੇ ਭਾਈ ਵੀ ਬਾਲਾ ਜੀ, ਕਹਿੰਦੇ ਐ ਮਿੱਤਰੋ ਪਿਆਰੇ ਸਿੱਖੋ, ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਤੁਹਾਡੇ ਤੇ ਹੈ। ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦੇਣ ਲੱਗੇ ਹਾਂ। ਦ੍ਰਿਸ਼ਟਾਂਤ ਕੀ ਹੁੰਦਾ? ਜੋ ਦ੍ਰਿਸ਼ਟਾਂਤ ਦੇਖਿਆ ਹੋਵੇ। ਦੋ ਤਰ੍ਹਾਂ ਦੇ ਦ੍ਰਿਸ਼ਟਾਂਤ ਹੁੰਦੇ, ਇੱਕ ਦੇਖਿਆ ਹੋਵੇ, ਇੱਕ ਸਰਵਣ ਦਰਸ਼ਨ ਕੀਤੇ ਨੇ, ਕਿਸੇ ਤੋਂ ਸੁਣਿਆ ਸੀ। ਜਿਵੇਂ ਆਪਾਂ ਹਰ ਗੱਲ 'ਚ ਕਹਿੰਦੇ ਸਿਆਣਿਆਂ ਨੇ ਕਿਹਾ, ਸਿਆਣੇ ਇੱਦਾਂ ਕਹਿੰਦੇ ਸੀ, ਸਿਆਣੇ ਆਓ ਕਹਿੰਦੇ ਸੀ। ਦ੍ਰਿਸ਼ਟਾਂਤ, ਐਗਜ਼ਾਮਪਲ। ਇਹ ਐਗਜ਼ਾਮਪਲ ਅੱਜ ਵੀ ਕੋਰਟ ਕਚਹਿਰੀਆਂ 'ਚ ਚੱਲਦੀਆਂ ਨੇ। ਤੁਹਾਡੇ 'ਚ ਵਕੀਲ ਬੈਠੇ ਕਈ,
ਪਤਾ ਹੈ ਉਹ ਜਾਣਦੇ ਆ ਜੱਜ ਦੇ ਸਾਹਮਣੇ ਕਿੱਦਾਂ ਦ੍ਰਿਸ਼ਟਾਂਤ ਦੇਣੀ ਪੈਂਦੀ ਆ। ਹਰ ਚੀਜ਼ ਨੂੰ ਸਿੱਧ ਕਰਨ ਵਾਸਤੇ ਦੱਸਣਾ ਪੈਂਦਾ ਜੀ ਇਹਨੂੰ ਏਦਾਂ ਕਰਾਂਗੇ ਤੇ ਆਹ ਹੋ ਜਾਊਗਾ, ਇੱਥੇ ਇਦਾਂ ਕਿਉਂ ਨਹੀਂ ਹੋਇਆ। ਭਾਈ ਬਾਲਾ ਜੀ ਕਹਿੰਦੇ ਮੈਂ ਉਹ ਦ੍ਰਿਸ਼ਟਾਂਤ ਤੁਹਾਨੂੰ ਦੇਣ ਲੱਗਿਆ ਜੋ ਧਰਮ ਦੀ ਦੁਨੀਆ ਦੇ ਨਾਲ ਬਹੁਤ ਗਹਿਰਾ ਹੈ। ਦ੍ਰਿਸ਼ਟਾਂਤ ਦੋ ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਹੁੰਦੇ ਸੱਚੇ ਵਰਤੇ ਹੁੰਦੇ ਆ, ਇੱਕ ਹੁੰਦੇ ਕਾਲਪਨਿਕ। ਬੜੀਆਂ ਇੱਦਾਂ ਦੀਆਂ ਕਈ ਵਾਰ ਸਿੱਖਿਆਵਾਂ ਹੁੰਦੀਆਂ ਨੇ ਜੋ ਸੱਚ ਨਹੀਂ ਹੁੰਦੀਆਂ, ਸਿਰਫ ਬੰਦੇ ਨੂੰ ਸਮਝਾਉਣ ਵਾਸਤੇ ਹੁੰਦੇ ਆ। ਜਿਵੇਂ ਆਮ ਤੌਰ 'ਤੇ ਐਗਜ਼ਾਮਪਲ, ਪਿਆਸਾ ਗਿਆ ਤਾਂ ਥਰਸਟੀ ਕਰੋ, ਬੱਚੇ ਪੜ੍ਹਦੇ ਰਹੇ ਆ। ਲਾਲਚੀ ਕੁੱਤਾ ਸਾਰਿਆਂ ਨੇ ਪੜ੍ਹਿਆ ਹੋਊਗਾ। ਇੱਕ ਛੋਟੀ ਜਿਹੀ ਗੱਲ, ਹੁਣ ਇਹ ਦੱਸੋ ਵੀ ਲਿਖਣ ਵਾਲੇ ਨੇ ਉਹ ਲਾਲਚੀ ਕੁੱਤਾ ਲੱਭਿਆ ਸੀ ਕਿੱਥੇ, ਜਾਂ ਲਿਖਣ ਵਾਲੇ ਨੇ ਉਹ ਕਾਂ ਲੱਭਿਆ ਸੀ ਵੀ ਕਿੱਥੇ ਬੈਠਾ ਉਹ। ਇੱਕ ਕਾਲਪਨਿਕ ਕਹਾਣੀ ਸੀ ਸਮਝਾਉਣ ਵਾਸਤੇ ਵੀ ਦੋਨੋਂ ਲਾਲਚੀ ਸੀ, ਇੱਕ ਸਿਆਣਾ ਸੀ। ਤੂੰ ਵੀ ਸਿਆਣਾ ਬਣਾ, ਤੂੰ ਲਾਲਚੀ ਨਾ ਬਣੀ। ਇੱਕ ਦ੍ਰਿਸ਼ਟਾਂਤ ਕਾਲਪਨਿਕ ਹੈ। ਬੜੇ ਇੱਦਾਂ ਦੇ ਨਹੀਂ ਕਿ ਧਾਰਮਿਕ ਵੇਦਾਂ ਗ੍ਰੰਥਾਂ ਦੇ ਵਿੱਚ ਦ੍ਰਿਸ਼ਟਾਂਤ ਆਉਂਦੇ, ਗੁਰੂ ਸਾਹਿਬ ਨੇ ਉਹਨਾਂ ਦੀ ਐਗਜ਼ਾਮਪਲ ਦਿੱਤੀ ਹੈ ਵੀ ਕਹਿੰਦੇ ਅਰਜਨ ਵਰਗਿਆਂ ਨੇ, ਭੀਮ ਵਰਗਿਆਂ ਨੇ ਹਾਥੀ ਫੜ ਫੜ ਪੂਛਾਂ ਤੋਂ ਅਸਮਾਨ ਚੜ੍ਹਦੇ। ਚੜਾ ਲਓਗੇ ਇੱਥੇ ਤੇ ਬੱਚਿਆਂ ਦੇ ਪਤੰਗ ਨਹੀਂ ਚੜ੍ਹਦੇ, ਕੁਛ ਨਹੀਂ ਚੜ੍ਹਦਾ। ਵੱਡੇ ਵੱਡੇ ਰਾਕਟ ਵੀ ਧਰਤੀ ਤੇ ਆ ਜਾਂਦੇ ਆ, ਪਰ ਦ੍ਰਿਸ਼ਟਾਂਤ ਹੈ ਸਮਝਾਉਣ ਦਾ ਜ਼ਰੀਆ ਸੀ। ਇੱਥੇ ਭਾਈ ਬਾਲਾ ਜੀ ਕਹਿੰਦੇ ਮੈਂ ਤੁਹਾਨੂੰ ਉਹ ਜ਼ਰੀਆ ਸੱਚ ਦਾ ਦੱਸਾਂਗਾ ਜੋ ਤੁਹਾਡੇ ਇਰਦ ਗਿਰਦ ਹੋਵੇ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਹੱਥ ਜੋੜੇ, ਕਹਿੰਦੇ ਤੁਹਾਨੂੰ ਭਾਈ ਬਾਲਾ ਜੀ ਤੁਸੀਂ, ਤੁਹਾਨੂੰ ਕਥਾ ਦੀ ਸਮਾਪਤੀ ਹੋ ਗਈ, ਸਮਾਂ ਹੋ ਗਿਆ ਸਮਾਪਤੀ ਦਾ, ਸ਼ਾਮ ਦਾ ਵੇਲਾ ਹੈ, ਪਰ ਫੇਰ ਵੀ ਸਿੱਖਾਂ ਦਾ ਸਵਾਲ ਉਸੇ ਵੇਲੇ ਪੂਰਾ ਕਰਨ ਲੱਗੇ। ਸਭ ਨੇ ਦੁਬਾਰਾ ਚੌਂਕੜੇ ਲਾਏ, ਨੇਤਰ ਬੰਦ ਹੋ ਗਏ। ਹਰ ਏਕ ਬਸਾਲ ਸਾਲ ਵਿਸਾਲ ਖਰਾ, ਦਲ ਸੁੰਦਰ ਸੋ ਫਲ ਸੰਗ ਨਮੀਤਾ। ਹੁਣ ਭਾਈ ਬਾਲਾ ਜੀ ਇਹ ਉਹ ਪ੍ਰਮਾਣ ਦੇ ਰਹੇ ਆ ਜੋ ਇਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਕਰੀਬੀ ਵੇਖਿਆ ਸੀ। ਇੱਕ ਮੈਦਾਨ ਖੁੱਲੇ, ਬੜੀ ਦੂਰ ਦੂਰ ਤੱਕ ਲੋਕਾਂ ਦੀ ਵਸੋਂ ਨਹੀਂ ਸੀ। ਉਹਨਾਂ ਸਮਿਆਂ 'ਚ ਕਿੱਥੇ ਸੀ ਲੋਕ, ਜਨਰੇਸ਼ਨ ਕਿੰਨੀ ਸੀ, ਜਨਸੰਖਿਆ ਵੀ ਕਿੰਨੀ ਕੁ ਸੀ ਲੋਕਾਂ ਦੀ, ਬਹੁਤ ਘੱਟ ਲੋਕ ਹੁੰਦੇ ਸੀ। ਕਹਿੰਦੇ ਕਈ ਕਿਲੋਮੀਟਰਾਂ ਤੱਕ, ਉਦੋਂ ਕਿਲੋਮੀਟਰ ਵੀ ਨਹੀਂ ਸੀ ਹੁੰਦੇ, ਮਾਈਲ ਮੂਲ ਮੀਲ ਮੂਲੇ ਚੱਲਦੇ ਹੁੰਦੇ ਸੀ, ਕੋਹ ਜਾਂਦੇ ਸੀ। ਕਹਿੰਦੇ ਕੋਹਾਂ ਤੱਕ ਕੋਈ ਰੁੱਖ ਨਹੀਂ ਸੀ। ਰੱਬ ਸਬੱਬੀ ਕਹਿੰਦੇ ਇੱਕ ਰੁੱਖ ਲੱਗਾ ਸੀ ਬਹੁਤ ਵੱਡਾ ਤੇ ਵਿਸ਼ਾਲ, ਉਸ ਰੁੱਖੀ ਉੱਤੇ ਅੰਬ ਲੱਗੇ ਹੋਏ ਸੀ। ਮੈਂ ਕਹਿੰਦਾ ਅੱਜ ਦੇ ਸਮੇਂ ਤੇ ਅੰਬ ਬਾਗਾਂ 'ਚ ਨਹੀਂ ਲੱਭਦੇ, ਛੱਡਦੇ ਆ ਲੋਕ, ਭੀੜ ਇੰਨੀ ਹੋ ਗਈ ਦੁਨੀਆ ਦੀ, ਦੁਨੀਆ ਹੋਈ ਬਹੁਤ ਗਈ ਖਿਲਕ। ਪਰ ਉਹਨਾਂ ਸਮਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਲੱਗੇ ਹੋਏ ਵੀ ਫਲ ਬੂਟੇ ਉੱਦਾਂ ਹੀ ਰਹਿੰਦੇ ਸੀ, ਕਿਉਂਕਿ ਲੋਕ ਪ੍ਰਕਿਰਤੀ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਂਦੇ। ਇਸ ਕਰਕੇ ਕਹਿੰਦੇ ਉਹ ਬ੍ਰਿਸ਼ ਫਲਦਾਰ ਸੀ, ਇੱਕ ਤੋਂ ਇੱਕ ਅੰਬ ਲੱਗਿਆ ਪਰ ਲੱਦਿਆ ਪਿਆ ਸੀ, ਅੱਜ ਤੱਕ ਤੋੜੇ ਨਹੀਂ ਸੀ। ਪਰ ਇਹ ਰੁੱਖ ਇੱਕ ਐਸੇ ਰਾਹ ਦੇ ਵਿੱਚ ਸੀ ਜੋ ਪਗਡੰਡੀ ਤੇ, ਇੱਥੇ ਕੋਈ ਆਉਂਦਾ ਜਾਂਦਾ ਵੀ ਕਈ ਵਾਰ ਤੋੜਦਾ ਨਹੀਂ ਸੀ, ਕੋਈ ਥੱਕਿਆ ਹੁੰਦਾ ਸੀ, ਕਿਸੇ ਨੂੰ ਕਾਹਲੀ ਹੁੰਦੀ ਸੀ, ਮੰਜ਼ਲਾਂ ਦੂਰ ਦੀਆਂ, ਕਿਉਂਕਿ ਇਹ ਚੀਜ਼ਾਂ ਆਮ ਹੁੰਦੀਆਂ ਸੀ। ਅੰਬਾਂ ਦੇ ਰੁੱਖ ਥਾਂ ਥਾਂ ਲੱਗੇ ਹੁੰਦੇ ਸੀ, ਕੁਦਰਤ ਸੀ ਰੱਬ ਦੀ, ਸਾਰਾ ਕਿਤੇ ਤਾਂ ਸੀ। ਕਹਿੰਦੇ ਜਦੋਂ ਇਹ ਰੁੱਖ ਇੱਕ ਰਾਹੀ ਨੇ ਵੇਖਿਆ ਦੂਰੋਂ, ਉਹਨੂੰ ਨਹੀਂ ਪਤਾ ਇਸ ਰੁੱਖ ਉੱਤੇ ਅੰਬ ਲੱਗੇ ਆ, ਇਹ ਰੁੱਖ ਫਲਾਂ ਦਾ ਭਰਿਆ ਹੋਇਆ ਹੈ, ਬਸ ਇੱਕ ਰੁੱਖ ਦਾ ਪਰਛਾਵਾਂ ਵੇਖ ਚਿਹਰੇ ਤੇ ਖੁਸ਼ੀ ਆ ਗਈ। ਤਹਿ ਪੰਥ ਚਲੰਤ ਆਏ ਗਇਓ ਨਰ, ਆਤਪਤੀ ਜਿਹ ਵਿਆਕੁਲ ਚਿਤਾ। ਕਹਿੰਦੇ ਉਹ ਪੰਥੀ ਸੀ। ਪੰਥੀ ਕਿਹਨੂੰ ਕਹਿੰਦੇ ਆ? ਹਉ ਪੰਥ ਦਸਾਵਾ ਨਿਤ ਘੜੀ, ਮੁਦ ਜੋਬਨ ਵਾਲੀ ਰਾਮ। ਪੰਥ ਨਾਮ ਹੈ ਰਸਤੇ ਦਾ, ਰਾਹ ਦਾ। ਆਪਾਂ ਕਹਿੰਦੇ ਖਾਲਸਾ ਪੰਥ, ਸ਼ੁੱਧਤਾ ਦਾ ਰਾਹ ਕਿਹੜਾ ਹੈ? ਸਿੰਘ ਬਣਨਾ, ਸਿੱਖ ਬਣਨਾ। ਪੰਥ ਦਾ ਅਰਥ ਹੁੰਦਾ ਰਸਤਾ, ਤੇ ਉਸ ਰਸਤੇ ਤੇ ਚੱਲਣ ਵਾਲਾ ਹੁੰਦਾ ਪੰਥੀ। ਪੰਥੀ ਮਰਦ ਕਹਿੰਦੇ ਨਾ, ਆਈ ਪੰਥੀ ਸਗਲ ਜਮਾਤੀ, ਜਗ ਜੀਤੈ ਮਨ ਜੀਤੈ ਜਗ ਜੀਤੈ। ਪੰਥੀ ਨਾਮ ਰਾਣੀਆਂ ਦਾ। ਜਮਾਤ ਤੁਰੀ ਜਾ ਰਹੀ ਹੈ ਸਾਧੂਆਂ ਦੀ, ਕਹਿੰਦੇ ਭਾਈ ਇੱਕ ਰਾਹ ਤੇ, ਕਹਿੰਦੇ ਏਦਾਂ ਇੱਕ ਪੰਥੀ ਇੱਕ ਰਾਹਗੀਰ ਚੱਲਿਆ। ਜਦ ਸਹਿਜ ਸੁਭਾਅ ਚੱਲਿਆ, ਗਰਮੀ ਇੰਨੀ ਸੀ, ਜੇਠ ਦੀ ਤੋਂ ਆ ਜਿਹੜੇ ਦਿਨ ਚੱਲਦੇ ਵਿਸਾਖ ਜੇਠ ਹਾੜ, ਇਹ ਸਮਾਂ ਸੀ। ਅੱਤ ਦੀ ਤਪਸ਼ ਦੇ ਵਿੱਚ ਉਹਦੀ ਜਾਨ ਨਿਕਲਦੀ ਜਾਂਦੀ, ਉਹ ਕਹਿੰਦਾ ਰੱਬਾ ਮੇਰੇ ਆ ਮੈਨੂੰ ਕਿਤੇ ਛਾਈ ਦੇ ਦੇ। ਪਸੀਨਾ ਚੋਂਦਾ ਹੈ, ਮੁੜਦਾ ਪਸੀਨੇ ਨਾਲ ਭਰਿਆ ਪਿਆ, ਪਰ ਹੈ ਇਕੱਲਾ। ਇਕੱਲਾ ਬੰਦਾ ਸਫ਼ਰ ਤੇ ਜਾਊਗਾ, ਸਫ਼ਰ ਮੁੱਕਣ ਚ ਨਹੀਂ ਆਉਂਦਾ। 2-4 ਜਣੇ ਹੋਵੋ, ਜਿੰਨੇ ਮਰਜ਼ੀ ਕੋਹ ਹੋਣ, ਕਿਲੋਮੀਟਰ ਹੋਣ, ਪਤਾ ਹੀ ਨਹੀਂ ਲੱਗਦਾ ਕਦੋਂ ਸਾਰ ਹੋ ਗਿਆ ਸੀ।
ਉਹਦੇ ਹੱਥ ਵਿੱਚ ਸੀ ਇੱਕ ਸੋਟੀ। ਤੁਰਿਆ ਜਾਂਦਾ, ਸੋਟੀ ਤੇ ਗੁੱਸਾ ਕੱਢਦਾ ਜਾਂਦਾ ਵੀ ਸਫ਼ਰ ਨਹੀਂ ਮੁੱਕਦਾ। ਜਿਉਂ-ਜਿਉਂ ਤੁਰਦਾ ਸਰੀਰ ਦੇ ਵਿੱਚ ਪਿਆਸ ਵੱਧਦੀ ਜਾ ਰਹੀ ਹੈ। ਕੱਲੀ ਪਿਆਸ ਨਹੀਂ, ਪਸੀਨਾ ਨਿਕਲਿਆ, ਭੁੱਖ ਵੀ ਲੱਗਣੀ ਸ਼ੁਰੂ ਹੋ ਗਈ। ਦੁਪਹਿਰ ਦਾ ਸਮਾਂ, ਮਨ ਕਰਕੇ ਦੁਖੀ ਬਹੁਤ ਹੈ। ਕਹਿੰਦਾ ਕਿਹੋ ਜਿਹੇ ਝੰਜਟ ਵਿੱਚ ਪੈ ਗਿਆ, ਸਫ਼ਰ ਮੁੱਕਣ ਵਿੱਚ ਆਉਂਦਾ ਨਹੀਂ। ਸ਼ਰਮ ਸ਼ਿਕਰ ਆਨਨ ਪੈ ਜੇ ਕੇ, ਪਦਵੇ ਪਦ ਸੋ ਚਲਤਿਓ ਗਿਓ ਹਾਰੀ। ਰੁੱਖ ਦੂਰ ਤੋਂ ਦਿਸਦਾ ਹੈ, ਗੁੱਸਾ ਆਪਣੇ ਆਪ ਤੇ ਆਉਂਦਾ, ਕਦੇ ਰੱਬ ਤੇ ਆਉਂਦਾ ਵੀ ਮੈਂ ਇੰਨੀ ਦੂਰ ਕਿਉਂ ਆ, ਛੇਤੀ ਪਹੁੰਚ ਜਾ। ਕਈ ਵਾਰ ਕੋਈ ਬਿਲਡਿੰਗ ਸਾਨੂੰ ਦੂਰੋਂ ਦਿਸਦੀ ਹੁੰਦੀ ਹੈ, ਜਿੱਦਾਂ ਹੇਮਕੁੰਟ ਸਾਹਿਬ ਆਪਾਂ ਜਾਂਦੇ ਹਾਂ, ਦਿਸਦਾ ਤੇ ਸਾਹਮਣੇ ਹੁੰਦਾ, ਪੁੱਛੋ ਕਹਿੰਦੇ ਨਾਲ ਹੀ ਹੈ, ਕਿੰਨੇ ਕਿੰਨੇ ਕਿਲੋਮੀਟਰ ਪੈ ਜਾਂਦਾ, ਥੱਕ ਜਾਈਦਾ, ਪਰ ਨੇੜੇ ਪਹੁੰਚਦੇ ਆ ਬੁਰਾ ਹਾਲ ਹੋ ਜਾਂਦਾ। ਉਸ ਪੰਥੀ ਨੇ, ਰਾਹੀ ਨੇ ਜਦੋਂ ਬਾਰ-ਬਾਰ ਰੁੱਖ ਵੇਖਿਆ, ਜਾਨ ਨਿਕਲਦੀ ਜਾਂਦੀ ਵੀ ਜੇ ਕਿਤੇ ਛਾਂ ਹੀ ਮਿਲ ਜੇ ਮੈਨੂੰ, ਉਹਨੇ ਰੱਬ ਨੂੰ ਧਿਆਇਆ, ਚੇਤੇ ਕੀਤਾ, ਕਹਿੰਦਾ ਰੱਬਾ ਮੇਰਿਆ ਕਿਰਪਾ ਕਰਦੇ, ਛਾਂ ਦੇ ਦੇ, ਛੇਤੀ ਪਹੁੰਚਾ ਦੇ। ਆਖਰਕਾਰ ਰੱਬ ਕਰਦਾ ਰੁੱਖ ਦੇ ਨੇੜੇ ਆਇਆ, ਜਦੋਂ ਵੇਖੀ ਬੜੀ ਠੰਡੀ ਛਾਂ। ਹੁਣ ਅੰਬਾਂ ਦੀ ਛਾਂ ਕਿੰਨੀ ਠੰਡੀ ਹੁੰਦੀ ਹੈ, ਪੂਰੇ ਪੱਤੇ ਫਸੇ ਹੋਏ ਆਪਸ ਵਿੱਚ, ਵੇਖ ਕੇ ਬੜਾ ਖੁਸ਼ ਹੋਇਆ। ਕਹਿੰਦਾ ਉਹ ਰੱਬਾ ਮੇਰਿਆ ਤੇ ਬੜਾ ਡਾਢਾ ਹੈ, ਮੈਂ ਤੇਰੇ ਤੋਂ ਛਾਂ ਮੰਗੀ, ਤੂੰ ਭੁੱਖ ਪਿਆਸ ਲਈ ਫਲ ਵੀ ਦੇ ਕੇ ਆਖੋ ਸਤਨਾਮ। ਖੁਸ਼ ਹੋ ਗਿਆ, ਆਪਣਾ ਜੋ ਝੋਲਾ ਸੀ ਉਹਦਾ ਸਿਰਹਾਣਾ ਲਾਇਆ, ਪੈ ਗਿਆ, ਲੰਮਾ ਪਿਆ, ਪਰ ਠੰਡੀ ਹਵਾ ਚੱਲ ਰਹੀ ਰੁੱਖ ਦੇ ਥੱਲੇ। ਅੱਖ ਲੱਗੀ, ਸੁਭਾਵਿਕ ਗੱਲ ਹੈ ਜੀ, ਜਦੋਂ ਆਪਾਂ ਬ੍ਰਿਸ਼ਾਂ ਥੱਲੇ ਜਾਈਏ ਨੀਂਦ ਆ ਜਾਂਦੀ, ਕਿਉਂਕਿ ਕੁਦਰਤ ਦੀ ਗੋਦ ਹੈ। ਇੱਕ ਗੋਡੇ ਤੇ ਲੱਤ ਰੱਖੀ ਹੋਈ ਹੈ, ਉਹ ਸੁੱਤਾ ਪਿਆ ਰਿਹਾ, ਘੰਟੇ ਡੇਢ ਘੰਟੇ ਬਾਅਦ ਜਾਗ ਖੁੱਲੀ, ਅੱਖ ਖੁੱਲੀ, ਭੁੱਖ ਥੋੜੀ ਤੇਜ਼ ਲੱਗੀ ਹੋਈ ਹੈ, ਪਰ ਹੁਣ ਗਰਮੀ ਸਰੀਰ ਤੋਂ ਦੂਰ ਹੋ ਗਈ, ਸਰੀਰ ਥਕਾਵਟ ਦੇ ਵਿੱਚ ਸੀ, ਉਹ ਲੱਥ ਗਈ ਹੈ, ਆਰਾਮਦਾਇਕ ਹੋਇਆ, ਬੜਾ ਚੁਸਤ ਹੋ ਗਿਆ, ਉੱਠ ਕੇ ਬੈਠ ਗਿਆ। ਅਵਲੋਕ ਰਸਾਲ ਸੁਛਾਹੇ ਭਲੀ, ਤਹਿ ਬੈਸ ਗਇਓ ਭੋਇ ਆਨੰਦ ਭਰੀ। ਬੜੀ ਦੇਰ ਤੱਕ ਬੇਵਜ੍ਹਾ ਹੀ ਬੈਠਾ ਰਿਹਾ। ਕਹਿੰਦਾ ਕੋਈ ਗੱਲ ਨਹੀਂ, ਫਲ ਵੀ ਆਪਣੇ ਹੀ ਨੇ, ਬਾਹਰ ਤਾਂ ਆਪਾਂ ਬੈਠੇ ਹਾਂ ਥੱਲੇ, ਇਹ ਕੁਦਰਤ ਹੈ, ਤੁਸੀਂ ਜਿਸ ਬ੍ਰਿਸ਼ ਥੱਲੇ ਬੈਠੇ ਹੋ ਤੁਹਾਡਾ ਹੀ ਹੈ। ਕਦੇ ਕੁਦਰਤ ਨੇ ਕਿਹਾ ਵੀ ਤੈਨੂੰ ਫਲ ਨਹੀਂ ਦੇਣਾ, ਇਹ ਤੇਰਾ ਨਹੀਂ ਹੈ, ਇਹ ਕਿਸਮਤ ਦੀਆਂ ਖੇਡਾਂ। ਬੜੇ ਆਰਾਮ ਨਾਲ ਬੈਠਾ ਹੈ, ਆਪਣੇ ਮਨ ਨਾਲ ਗੱਲਾਂ ਕਰਦਾ ਹੈ, ਬੜਾ ਕੁਝ ਸੋਚਦਾ ਜਾਂਦਾ ਹੈ। ਕਹਿੰਦਾ ਜਾਂਦਿਆਂ ਝੋਲਾ ਭਰ ਕੇ ਲੈ ਜਾਵਾਂਗੇ, ਨਾਲੇ ਖਾ ਲਾਂਗੇ, ਰਸਤੇ 'ਚ ਭੁੱਖ ਨਹੀਂ ਲੱਗੂਗੀ, ਜੇ ਛਕਿਆ ਹੋਊਗਾ। ਖੁਸ਼ ਹੈ। ਉਸ ਰੁੱਖ ਤੇ ਪੰਛੀ ਆਉਂਦੇ ਆ, ਚਹਿਕਦੇ ਆ, ਉੱਡ ਕੇ ਚਲੇ ਜਾਂਦੇ ਆ, ਤੋਤੇ ਆਉਂਦੇ ਆ, ਫਲਾਂ ਨੂੰ ਠੁੰਗਾ ਮਾਰਦੇ ਆ, ਉੱਡ ਜਾਂਦੇ ਆ। ਵੇਖਦਾ ਉਹਨਾਂ ਗਣੀ, ਕਹਿੰਦਾ ਲੈ ਫਲ ਖਰਾਬ ਕਰਨ ਲੱਗੇ ਹੋਏ, ਲਾਂਭੇ ਦਿੰਦਾ ਵੀ ਇਹਨਾਂ ਪੰਛੀਆਂ ਨੂੰ ਅਕਲ ਕੌਣ ਸਿਖਾਵੇ ਵੀ ਜੇ ਖਾਣਾ ਪੂਰਾ ਖਾਓ ਤਾਂ ਖਾਈ ਜਾਂਦੇ। ਹੁਣ ਵੇਖੋ ਬੰਦਾ ਕਿੰਨਾ ਸਿਆਣਾ ਹੈ, ਪੰਛੀਆਂ ਨੂੰ ਅਕਲ ਸਿਖਾਉਂਦਾ ਹੈ, ਆਪ ਨਹੀਂ ਸਿੱਖਦਾ। ਆਖੋ ਸਤਿਨਾਮ। ਆਪ ਤੇ ਕਹਿੰਦਾ ਸਿਆਣਾ ਹੀ ਬਣਾ, ਬੈਠਾ ਆਖਰਕਾਰ ਸੋਚਦਾ ਵੀ ਜੇ ਮੈਂ ਰੁੱਖ ਤੇ ਚੜਿਆ, ਸੱਟ ਸੁੱਟ ਵੱਜ ਗਈ, ਲੱਤ ਬਾਂਹ ਟੁੱਟ ਗਈ, ਮੈਨੂੰ ਇੱਥੇ ਕਿਸੇ ਨੇ ਨਹੀਂ ਪੁੱਛਣਾ, ਸਫ਼ਰ ਮੇਰਾ ਬਹੁਤ ਵੱਡਾ ਹੈ, ਮਨਾ ਮੇਰਾ ਨੁਕਸਾਨ ਹੋ ਜਾਊਗਾ। ਉਹਨੇ ਆਪਣਾ ਫਾਇਦਾ ਸੋਚਿਆ ਵੀ ਮੈਂ ਰੁੱਖ ਤੇ ਨਹੀਂ ਚੜਨਾ, ਪਰ ਅੰਬ ਵੀ ਮੈਂ ਅੱਜ ਇੱਥੋਂ ਖਾ ਕੇ ਜਾਣੇ ਨੇ। ਸੁਖ ਪਾਏ ਪਿਖੇ ਤੇ ਕੀ ਫਲ ਜੋ, ਕਰ ਡੰਡ ਬਗਾਏ ਕੈ ਤਾਹੀ ਕੈ ਮਾਰੀ। ਭਾਈ ਬਾਲਾ ਜੀ ਕਹਿੰਦੇ ਗੁਰਮਖੋ, ਜਿਸ ਵੇਲੇ ਵੇਖਿਆ ਵੀ ਮੈਂ ਚੜਿਆ ਸੱਟ ਵੱਜੂਗੀ, ਸੁਭਾਵਿਕ ਆ, ਕਦੇ ਚੜਿਆ ਨਹੀਂ ਹੋਣਾ, ਹਰ ਬੰਦਾ ਨਹੀਂ ਚੜ ਸਕਦਾ। ਹੱਥ 'ਚ ਸੋਟੀ ਸੀ, ਕਹਿੰਦਾ ਵੇਖਿਆ ਰੁੱਖ ਵੀ ਲੱਕੜ ਦਾ, ਹੱਥ ਵਿੱਚ ਫੜੀ ਵੀ ਲੱਕੜ ਹੋਈ ਹੈ। ਸੋਚਦੇ ਨੇ ਚਲਾ ਕੇ ਲੱਕੜ ਮਾਰੀ ਜਦੋਂ ਫਲ ਤੇ, ਕਹਿੰਦੇ ਕਈ ਅੰਬ ਤੜਾਕ ਦੇਣੇ ਧਰਤੀ ਜਿਹੜੇ ਚੁੱਕੇ ਛਕਣ ਲੱਗ ਪਿਆ। ਹੁਣ ਅੰਬ ਖਾਂਦੇ ਆ, ਪਿਆਸ ਘਟ ਜਾਂਦੀ, ਸੁਭਾਵਿਕ ਗੱਲ ਹੈ, ਕੋਈ ਵੀ ਫਲ ਖਾਓ ਰਸ ਵਾਲਾ, ਪਿਆਸ ਮੁੱਕ ਜਾਂਦੀ ਸਫ਼ਰ ਦੇ ਵਿੱਚ। ਚੰਗੇ ਖੂਬ ਅੰਬ ਛਕੇ, ਬੜਾ ਖੁਸ਼ ਹੈ, 2 ਸੋਟੀਆਂ ਹੋਰ ਮਾਰੀਆਂ, ਝੋਲੇ 'ਚ ਪਾ ਲਏ, ਬੜਾ ਖੁਸ਼। ਕਹਿੰਦਾ ਰੱਬਾ ਤੂੰ ਬੜਾ ਡਾਢਾ ਹੈ, ਤੂੰ ਬੜਾ ਬੇਅੰਤ ਹੈ, ਸਭ ਨੂੰ ਰੋਜੀ ਦੇਵਣ ਵਾਲਾ ਏ। ਤਨ ਖਾਏ ਕੈ ਮਾਰ ਦਏ ਫਲ ਸੁੰਦਰ, ਰੋਸ ਨਹੀਂ ਤਰ ਹੈ ਉਪਕਾਰੀ। 5-7 ਸੋਟੀਆਂ ਫੇਰ ਮਾਰ ਕੇ ਤੋੜੀਆਂ ਅੰਮੀਆਂ ਤੇ ਅੰਬ, ਪੱਤੇ ਵੀ ਖਿਲਾਰਤੇ ਜੀ, ਕਈ ਟਾਣੇ ਵੀ ਟੁੱਟ ਗਏ, ਝੋਲਾ ਭਰ ਲਿਆ। ਰੁੱਖ ਵੀ ਵੇਖਦਾ ਹੈ ਵੀ ਕਿੱਡਾ ਬਦਨੀਤਾ ਬੰਦਾ ਹੈ,
ਰੱਜਣ ਤੋਂ ਬਾਅਦ ਪਹਿਲਾਂ ਸ਼ਰਤ ਲਾ ਕੇ ਆਇਆ ਸੀ ਰੱਬਾ ਕੁਛ ਦੇ ਦੇ, ਜੇ ਰੱਬ ਨੇ ਫਲ ਦੇ ਤੇ ਐਡਾ ਬੇਸਬਰਾ ਹੋ ਗਿਆ, ਹੁਣ ਝੂੜਾ ਭਰਨ ਤੇ ਆ ਗਿਆ। ਖਾਧੇ ਵੀ ਇਕੱਠੇ ਵੀ ਕਰ ਲਏ, ਇਹ ਲਾਲਚ ਹੈ। ਪਰ ਰੁੱਖ ਦਾ ਸੁਭਾਅ ਸੀ ਕਹਿੰਦੇ ਪਰਉਪਕਾਰੀ। ਰੁੱਖ ਪੁੱਛਦਾ ਕਦੇ ਕਿਸੇ ਨੂੰ ਵੀ ਅੰਬ ਰਿਸ਼ਤੇਦਾਰ ਨੂੰ ਦੇਣੇ ਆ ਜਾਂ ਵੇਚਣ ਚੱਲੇ ਆ? ਕਿਉਂ ਨਹੀਂ। ਪੰਛੀ ਖਾਣ, ਮਨੁੱਖ ਖਾਏ, ਜੇ ਨਹੀਂ ਖਾਏਗਾ ਉਹਨੇ ਧਰਤੀ ਤੇ ਸੁੱਟ ਦੇਣੇ, ਖਰਾਬ ਹੋ ਜਾਣ। ਤਾਂ ਰੁੱਖ ਦਾ ਜੀਵਨ ਸੀ ਪਰਉਪਕਾਰੀ। ਕਹਿੰਦੇ ਰੁੱਖ ਕਦੇ ਨਹੀਂ ਸੋਚਦੇ, ਪਰ ਇਹ ਵੀ ਜਿਉਂਦੇ ਜਾਗਦੇ ਆ। ਸਭ ਕੁਝ ਹੈ, ਪਰਮਾਤਮਾ ਨੇ ਇਹਨਾਂ ਵਿੱਚ ਰੂਹ ਪਾਈ ਹੋਈ ਹੈ। ਐਵੇਂ ਜੇ ਕਿਤੇ ਰੂਹ ਨਾ ਹੋਵੇ ਫਿਰ ਤੇ ਅੰਬਾਂ ਦੇ ਰੁੱਖਾਂ ਨੂੰ ਕਦੇ ਨਮੋੜੀਆਂ ਲੱਗਦੀਆਂ ਵੇਖੀਆਂ? ਰੱਬ ਨੇ ਜਾਗਰਤ ਬਣਾਏ ਹੋਏ ਆ। ਕਦ ਪੱਤ ਝਾੜੇ ਆਉਣੀ, ਕਦ ਬਸੰਤ ਆਉਣੀ, ਕਦ ਅੰਬਾਂ ਨੂੰ ਬੂਰ ਪੈਣਾ, ਕਦੋਂ ਕਿਹੜੇ ਰੁੱਖ ਨੂੰ ਕੀ ਲੱਗਣਾ। ਕਦੇ ਕਰੇਲਿਆਂ ਦੀ ਵੇਲ ਉੱਤੇ ਕਿਸੇ ਨੇ ਕੱਦੂ ਲੱਗੇ ਵੇਖੇ? ਉਸ ਵੇਲ ਨੂੰ ਪਤਾ ਹੈ ਮੇਰਾ ਸੁਭਾਅ ਕੀ ਹੈ, ਮੈਂ ਕਦੋਂ ਫਲ ਦੇਣਾ ਹੈ। ਕੋਈ ਬੀਜ ਧਰਤੀ ਤੇ ਸੁੱਟ ਦੋ, ਜਦੋਂ ਰੁੱਤ ਆਊਗੀ ਆਪਣੇ ਆਪ ਹੀ ਹੋ ਜਾਣਾ, ਭਾਵੇਂ ਸਾਲ ਪਿਆ ਰਵੇ। ਇਹ ਕੁਦਰਤ ਹੈ। ਕਹਿੰਦੇ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੈ। ਇਸ ਵਿਅਕਤੀ ਨੇ ਅੰਬ ਤੋੜੇ, ਸੋਟੀ ਚੁੱਕ ਲਈ ਆਪਣੀ, ਬੈਠਾ ਰੱਜ ਕੇ, ਫਿਰ ਸੋਚਦਾ ਮਾੜਾ। ਭੁੱਖਾ ਬੰਦਾ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ, ਜ਼ਿੰਦਗੀ 'ਚ ਨੋਟ ਕਰੇ। ਜਦ ਇਹ ਰੱਜਿਆ ਹੋਊਗਾ ਨਾ, ਇਹ ਕਹਿੰਦਾ ਮੈਂ ਕਿਹਦਾ ਨੁਕਸਾਨ ਕਰਦੇ ਆ। ਸੁਭਾਵਿਕ ਗੱਲ ਹੈ, ਪੈਸੇ ਕਰਕੇ ਕੋਈ ਰੱਜ ਜੇ, ਉਹ ਕਹਿੰਦਾ ਮੈਂ ਇਸ ਬੰਦੇ ਨੂੰ ਉਂਗਲਾਂ ਤੇ ਕਿਵੇਂ ਲਿਜਾਵਾਂ, ਇਹਨੂੰ ਮੈਂ ਨੁਕਸਾਨ ਕਿਵੇਂ ਕਰਦੇ ਆ। ਰੋਟੀ ਕਰਕੇ ਰੱਜਿਆ ਹੋਊਗਾ ਤੇ ਪੁੱਠੇ ਸਿੱਧੇ ਕੰਮ ਕਰਦਾ ਫਿਰੂਗਾ। ਬੈਠਾ ਬੈਠਾ ਕਹਿੰਦੇ ਰੁੱਖ ਪਰਉਪਕਾਰੀ ਹੈ, ਪਰ ਇਹ ਬੰਦਾ ਪਰਉਪਕਾਰੀ ਨਹੀਂ ਸੀ। ਮਨ ਵਿੱਚ ਕਈ ਵਿਚਾਰ ਆਏ, ਬੜਾ ਬੁਰਾ ਸੋਚਿਆ ਰੁੱਖ ਦੇ ਪਰਖਾਏ ਵੀ। ਕਹਿੰਦੇ ਰੁੱਖ ਗਲਤ ਥਾਂ ਤੇ ਲੱਗਿਆ ਹੋਇਆ ਹੈ, ਰਸਤੇ 'ਚ ਹੈ। ਇੱਥੇ ਦੱਸ ਰੱਬ ਨੇ ਕਿੱਡੀ ਬੇਇਨਸਾਫੀ ਕੀਤੀ ਹੈ ਵੀ ਬੰਦਾ ਕੋਈ ਫਲ ਖਾਣ ਵਾਲਾ ਨਹੀਂ, ਉਹਨੇ ਰੁੱਖ ਇੱਥੇ ਲਾਤਾ। ਇਹ ਕਦੋਂ ਕਿਹਾ ਉਹਨੇ? ਜਦੋਂ ਅੰਬ ਡੱਫ ਲਿਆ ਸਤਿਨਾਮ, ਜਦੋਂ ਰੱਜ ਗਿਆ ਨਾ ਫੇਰ ਲਾਂਭੇ ਦਿੰਦਾ ਹੈ। ਪਹਿਲਾਂ ਕੀ ਕਹਿੰਦਾ ਹੁੰਦਾ ਸੀ? ਕਹਿੰਦਾ ਵਾਹ ਰੱਬਾ ਮੇਰਿਆ, ਛਾਂ ਦੇਤੀ, ਸ਼ੁਕਰ ਤੇਰਾ ਫਲ ਵੀ ਦੇ ਦੇ। ਜਿਵੇਂ ਮਨੁੱਖ ਰੱਜ ਜੇ, ਸਾਨੂੰ ਰੱਜਿਆਂ ਨੂੰ ਚੰਗਾ ਲੱਗਦਾ, ਜੋ ਮਰਜ਼ੀ ਲਿਆ ਕੇ ਰੱਖ ਦਿਓ, ਮਾੜਾ ਬੋਲਾਂਗੇ। ਭੁੱਖੇ ਹੋਵਾਂਗੇ ਕਹਿ ਦਿਆਂਗੇ ਸੁੱਕੀ ਰੋਟੀ ਦੇ ਦਿਓ ਜੀ, ਅੰਮ੍ਰਿਤ ਵਰਗੀ ਹੈ। ਰੱਜਿਆਂ ਤੋਂ ਬਾਅਦ ਬੰਦਾ ਨਿੰਦਿਆ ਕਰੂ, ਲੂਣ ਘੱਟ ਹੈ, ਮਿਰਚ ਠੀਕ ਨਹੀਂ ਸੀ, ਮਸਾਲਾ ਨਹੀਂ ਪਾਇਆ, ਯਾਰ ਕੱਚੀ ਰਹਿ ਗਈ, ਕਰਦਾ ਕਿਉਂਕਿ ਰੱਜ ਗਿਆ। ਪਹਿਲਾਂ ਪੁੱਛੋ, ਕਹਿੰਦਾ ਵਧੀਆ ਠੀਕ ਹੈ। ਹੁਣ ਜਦੋਂ ਕਹਿੰਦੇ ਇਹਨੇ ਮਨ ਕਰਕੇ ਕਈ ਵਿਚਾਰ ਆਏ, ਕਹਿੰਦਾ ਜੇ ਮੈਂ ਰੁੱਖ ਵਢਾ ਲਵਾਂ, ਲੱਕੜਹਾਰਾ ਬੁਲਾ ਕੇ ਇਹਨੂੰ ਵੱਢਿਆ ਜਾਵੇ, ਚੰਗੀਆਂ ਸੋਟੀਆਂ ਬਣ ਸਕਦੀਆਂ ਨੇ, ਚੰਗੇ ਘਰ ਦੀ ਛੱਤ ਦੇ ਸ਼ਤੀਰ ਬਣ ਸਕਦੇ। ਉਹ ਸ਼ਤੀਰ ਬਣਦੇ ਸੀ। ਭਾਈ ਬਾਲਾ ਜੀ ਕਹਿੰਦੇ ਜਿਸ ਰੁੱਖ ਨੇ ਫਲ ਦਿੱਤੇ, ਉਹਦੀ ਜੜ ਵਿੱਚ ਬਹਿ ਕੇ, ਉਹਦੀ ਛਾਂ ਥੱਲੇ ਬਹਿ ਕੇ ਉਸੇ ਦਾ ਬੁਰਾ ਚਿੱਤ ਬਣਾਏ। ਦੋਹਰ ਸ਼ਗਤ ਨਿਕੰਦਨ ਕੀ ਨਹੀਂ, ਤਦਪ ਬਹੁ ਮਨ ਮਾਹੇ। ਇੱਥੇ ਫਿਰ ਅਗਲਾ ਉਹਨਾਂ ਨੇ ਗੁਣ ਦੱਸਿਆ। ਗੁਣ ਕੀ ਹੈ? ਕਹਿੰਦੇ ਉਸ ਵਿਅਕਤੀ ਦੇ ਵਿੱਚ ਦਰਖਤ ਤੇ ਚੜ੍ਹਨ ਦੀ ਹਿੰਮਤ ਨਹੀਂ ਸੀ, ਜਿਹੜਾ ਫਲ ਨਹੀਂ ਤੋੜ ਸਕਦਾ, ਟਾਣੇ ਚੜ੍ਹ ਕੇ ਵੱਢ ਲੂ ਉਹ। ਤੁਸੀਂ ਆਪ ਦੱਸੋ, ਜਿਹੜਾ ਬੰਦਾ ਡਰਦਾ ਅੰਬ ਨਹੀਂ ਤੋੜਨ ਚੜ੍ਹਦਾ ਉੱਤੇ, ਜੇ ਤੁਸੀਂ ਆਖੋ ਪਹਾੜਾ ਲੈ ਕੇ ਵੱਢ ਲਿਆ ਸਾਰਾ, ਵੱਢੂ ਉਹ ਨਹੀਂ। ਪਰ ਕਹਿੰਦੇ ਬੇਸ਼ੱਕ ਉਹਦੇ ਵਿੱਚ ਰੁੱਖ ਵੱਢਣ ਦੀ ਸ਼ਕਤੀ ਨਹੀਂ, ਫਲ ਤੋੜਨ ਦੀ ਸ਼ਕਤੀ ਨਹੀਂ, ਪਰ ਕਹਿੰਦੇ ਕੀ ਹੋਇਆ ਜੇ ਸ਼ਕਤੀ ਨਹੀਂ? ਉਹ ਬੁਰਾ ਸੋਚਣ ਦੀ ਸ਼ਕਤੀ ਕਰਾਮਾਤ ਤੇ ਸੀ। ਆਖੋ ਸਤਨਾਮ। ਸੋਚਦੇ ਲਿਆ ਵੱਢ ਲਈਏ। ਇਹ ਰਸਤੇ 'ਚ ਕਿਉਂ ਲੱਗਿਆ ਹੋਇਆ ਹੈ? ਇੱਥੇ ਕਿਹੜੇ ਕੰਮ ਹੈ? ਐਡਾ ਸੋਹਣਾ ਦਰਖਤ ਹੈ, ਲੱਕੜ ਘਰੇ ਕੰਮ ਆਜੂ, ਸ਼ਤੀਰ ਬਣਾ ਕੇ ਲੈ ਜਾਗੇ। ਕਹਿੰਦੇ ਬੇਸ਼ੱਕ ਰੁੱਖ ਨਹੀਂ ਵੱਢਿਆ, ਇੱਕ ਥਾਟ ਪੈਦਾ ਹੋਇਆ, ਇੱਕ ਵਿਚਾਰ ਪੈਦਾ ਹੋਇਆ। ਰੁੱਖ ਦੇ ਫਲ ਖਾ ਕੇ ਰੁੱਖ ਦੇ ਬਾਰੇ ਉਹਨੇ ਬੁਰਾ ਸੋਚਿਆ ਏ। ਛੇਦਨ ਕੀ ਸੰਕਲਪ ਜੋ, ਕਰਤ ਸੋ ਕਿਰਤ ਘਨ ਆਹੀ। ਭਾਈ ਬਾਲਾ ਜੀ ਕਹਿੰਦੇ ਸਿੱਖੋ ਇਹ ਦੱਸੋ ਭਾਈ ਫਿਰ ਉਹ ਬੰਦਾ ਕੀ ਸੀ? ਸਾਰੇ ਚੁੱਪ ਹੋ ਗਏ। ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਹੈ, ਕਹਿੰਦੇ ਉਹ ਵਿਅਕਤੀ ਸੀ ਅਕਿਰਤ ਘਾਣਾ। ਆਖੋ ਸਤਨਾਮ। ਜਿਸ ਰੁੱਖ ਦੀ ਛਾਂ ਮਾਣੀ, ਜਿਸ ਰੁੱਖ ਦੇ ਫਲ ਖਾਧੇ, ਜਿਸ ਰੁੱਖ ਦੀ ਠੰਡੀ ਛਾਂ 'ਚ ਸੁੱਤਾ, ਕਹਿੰਦੇ ਬੇਸ਼ੱਕ ਮੰਨਿਆ ਉਹ ਵੱਢ ਨਹੀਂ ਸਕਦਾ, ਹਿੰਮਤ ਨਹੀਂ ਹੈ ਉਹ 'ਚ ਵੱਢਣ ਦੀ, ਪਰ ਕਹਿੰਦੇ ਮਾੜਾ ਤੇ ਸੋਚ ਸਕਦਾ ਸੀ। ਸੋਚਦੇ ਬਸ ਬਾਣੀ ਇੱਥੇ ਆ ਕੇ ਸਮਝਾਉਂਦੀ ਹੈ, ਬੰਦਿਆ ਜਿਹੋ ਜਿਹਾ ਕਿਸੇ ਦਾ ਬੁਰਾ ਸੋਚ ਲਿਆ, ਉਹੋ ਜਿਹਾ ਕਰ ਲਿਆ। ਆਖੋ ਸਤਨਾਮ। ਕੋਈ ਫਰਕ ਨਹੀਂ। ਇਸੇ ਕਰਕੇ ਬਾਣੀ ਨੇ ਕਿਹਾ ਨਾ, ਪਰ ਕਾ ਬੁਰਾ ਨਾ ਰੱਖੋ ਚੀਤ,
ਪਰਾਏ ਦਾ ਬੁਰਾ ਚਿੱਤ ਵਿੱਚ ਵੀ ਨਹੀਂ ਰੱਖਣਾ। ਕਰਨਾ ਦੂਰ ਦੀ ਗੱਲ ਹੈ। ਸੋਚੋ ਵੀ ਇਸ ਬੰਦੇ ਦੀ ਮੈਂ ਨੌਕਰੀ ਤੋਂ ਇਹਨੂੰ ਹਟਾ ਦੇ, ਇਹਨੂੰ ਕਢਾ ਦੇ। ਚਲੋ ਅਜੇ ਕਢਾ ਨਹੀਂ ਸਕਿਆ, ਜ਼ੋਰ ਨਹੀਂ ਲਾ ਸਕਿਆ, ਪਰ ਰੋਜ਼ ਕੋਸ਼ਿਸ਼ ਕਰਦਾ ਵੀ ਯਾਰ ਕਿਤੇ ਨਾ ਨੁਕਸਾਨ ਹੋ ਜੇ, ਉਹ ਵੀ ਗੁਨਾਹ ਹੈ। ਕਿਸੇ ਦੀ ਰੋਟੀ ਤੇ ਲੱਤ ਮਾਰੀ ਨਹੀਂ ਮਾਰੀ, ਪਰ ਸੋਚਦੇ ਰਿਹਾ ਨਾ, ਉਹ ਬਰਾਬਰ ਦਾ ਗੁਨਾਹ ਹੈ, ਬਰਾਬਰ ਦਾ। ਕਿਉਂਕਿ ਮਨ ਨੇ ਜੋ ਚਿਤਵ ਲਿਆ, ਜੋ ਸੋਚ ਲਿਆ, ਉਹ ਤੁਹਾਡੀ ਫਾਈਲ ਵਿੱਚ ਚਿੱਤਰਗੁਪਤ ਨੇ ਲਿਖ ਲੈਣਾ। ਤੂੰ ਕਰੀ ਭਾਵੇਂ ਨਾ ਕਰੀ। ਝੂਠ ਬੋਲਿਆ ਨਹੀਂ ਬੋਲਿਆ, ਪਰ ਸੋਚ ਲਿਆ। ਠੱਗੀ ਮਾਰੀ ਹੈ ਨਹੀਂ ਮਾਰੀ ਹੈ, ਪਰ ਸੋਚ ਲਿਆ ਵੀ ਜੇ ਮੈਂ ਏਦਾਂ ਕਰਨਾ ਤੇ ਇੰਨੇ ਪੈਸੇ ਆ ਜਾਣਗੇ। ਪਾਪ ਬਰਾਬਰ ਹੈ। ਮਰਦ ਕਹਿੰਦੇ ਪਰ ਕਾ ਬੁਰਾ ਨ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਉਮੀਦ। ਜਿੱਦਣ ਤੂੰ ਸੋਚਣਾ ਛੱਡਤਾ ਬੁਰਾ ਲੋਕਾਂ ਦਾ, ਤੈਨੂੰ ਤੇ ਸੁਪਨੇ ਵਿੱਚ ਵੀ ਦੁੱਖ ਨਹੀਂ ਲੱਗਣਾ। ਸਰੀਰਕ ਤੌਰ ਤੇ ਦੁਖੀ ਨਹੀਂ ਹੋਣਾ, ਸੁਪਨੇ 'ਚ ਵੀ ਨਹੀਂ ਹੋ ਸਕਦਾ ਦੁਖੀ। ਜਦੋਂ ਕਹਿੰਦੇ ਇਸ ਵਿਅਕਤੀ ਨੇ ਸੋਚਿਆ, ਇਹ ਸੀ ਅਕਿਰਤ ਘਣ। ਅਕਿਰਤ ਘਣ ਕਿਉਂ ਹੈ? ਜੋ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ ਉਹਨੂੰ ਅਕਿਰਤ ਘਣ ਕਹਿੰਦੇ। ਰੁੱਖ ਨੇ ਫਲ ਦਿੱਤੇ, ਛਾਂ ਦਿੱਤੀ, ਆਰਾਮ ਲਈ ਥਾਂ ਦਿੱਤੀ, ਪਰ ਇਸ ਵਿਅਕਤੀ ਨੇ ਬੇਸ਼ੱਕ ਬੁਰਾ ਨਹੀਂ ਕੀਤਾ, ਪਰ ਬੁਰਾ ਸੋਚ ਲਿਆ ਏ। ਸੋਰਠ ਜੋ ਜਿਹ ਆਨ ਸੁਭਾਏ, ਉਪਕਾਰੀ ਕ੍ਰਿਤ ਕਨ ਬੋਹਰ। ਉਸ ਵੇਲੇ ਕੁਝ ਸਿੱਖ ਪੁੱਛਦੇ ਨੇ, ਮਹਾਂਪੁਰਖੋ ਕਿਰਪਾ ਕਰਕੇ ਦੱਸੋ ਉਸ ਵਿਅਕਤੀ ਨੇ ਬੁਰਾ ਕਿਉਂ ਸੋਚਿਆ? ਇਹ ਬੜਾ ਗਹਿਰਾ ਸਵਾਲ ਹੈ। ਤੁਸੀਂ ਏਦਾਂ ਕਿਉਂ ਕਰਿਆ? ਤੁਹਾਨੂੰ ਕੀ ਲੋੜ ਸੀ? ਜਵਾਬ ਹੁੰਦਾ ਕਦੇ ਆਪਾਂ ਕੋਈ ਕੰਮ ਕਰਕੇ ਆਇਆ, ਸਾਨੂੰ ਆਖੇ ਤੂੰ ਯਾਰ ਏਦਾਂ ਕਿਉਂ ਕਰਿਆ, ਤੂੰ ਕਿਉਂ ਕੀਤਾ ਸੀ, ਤੂੰ ਉਹਦੇ ਨਾਲ ਕਿਉਂ ਗੱਲ ਕੀਤੀ? ਕੋਈ ਜਵਾਬ ਨਹੀਂ ਹੈ। ਸਿੱਖਾਂ ਨੇ ਪੁੱਛਿਆ, ਮਹਾਂਪੁਰਖੋ ਉਸ ਬੰਦੇ ਨੇ ਏਦਾਂ ਕਿਉਂ ਕੀਤਾ? ਭਾਈ ਬਾਲਾ ਜੀ ਕਹਿੰਦੇ, ਗੁਰਮੁਖੋ ਉਸ ਬੰਦੇ ਦੇ ਵੱਸ ਦਾ ਕੰਮ ਨਹੀਂ ਸੀ। ਉਹਨੇ ਆਦਿ ਕਾਲ ਤੋਂ ਉਹਦੇ ਸੁਭਾਅ ਦੇ ਵਿੱਚ ਹੀ ਇਹ ਪਾਪ ਸੀ। ਆਖੋ ਸਤਿਨਾਮ। ਚਿਤਵੀ ਦੇ ਵਿੱਚ ਜੋ ਚਿਤਵਿਆ, ਚੇਤੇ ਕੀਤਾ, ਚਿੱਤ 'ਚ ਰਹਿ ਗਿਆ, ਉਹ ਅੱਜ ਨਹੀਂ ਕੱਲ ਕਦੇ ਨਾ ਕਦੇ ਕਿਤੇ ਇੰਪਲੀਮੈਂਟ ਹੋ ਜਾਣਾ। ਫਿਰ ਬਾਣੀ ਕੀ ਸਿਖਾਉਂਦੀ ਸਾਨੂੰ ਚਿੱਤਣ ਬਾਰੇ? ਮਨ ਮਹਿ ਚਿਤਵੋ ਚਿਤਵਨੀ, ਉਤਮ ਕਰੋ ਠਨੀਤ। ਹਰ ਕੀਰਤਨ ਕਾਇਆ ਹਰ ਦੇਹੋ ਨਾਨਕ ਕਉ ਮੀਤ। ਸਤਿਗੁਰ ਕਹਿੰਦੇ ਜੇ ਕੁਝ ਚਿਤ ਬਣਾ, ਜੇ ਕੁਝ ਚੇਤੇ ਕਰਨਾ ਤੇ ਰੱਬ ਰੱਬ ਚੇਤੇ ਕਰਿਆ, ਦੂਜੇ ਦਾ ਭਲਾ ਮੰਗਿਆ ਕਰ। ਤੁਸੀਂ ਕਿਸੇ ਦਾ ਬੁਰਾ ਕਰੋ ਨਾ ਕਰੋ। ਮੈਂ ਕਹਿੰਦਾ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਪਰ ਮੈਂ ਕਿਸੇ ਬਾਰੇ ਬੁਰਾ ਸੋਚਿਆ। ਕਰਨ ਤੋਂ ਘੱਟ ਨਹੀਂ, ਫਲ ਬਰਾਬਰ ਹੀ ਮਿਲਣਾ। ਜਿਹੋ ਜਿਹਾ ਕੀਤਾ ਜਿਹੋ ਜਿਹਾ ਨਹੀਂ ਕੀਤਾ। ਕੋਈ ਬੰਦਾ ਮਾੜਾ ਕੰਮ ਕਰਦਾ ਸੀ, ਤੁਸੀਂ ਮਾੜੀ ਸਲਾਹ ਹੋ ਦਿੱਤੀ, ਬੇਸ਼ੱਕ ਤੁਸੀਂ ਉਹ ਮਾੜਾ ਕਰਨ ਵਾਲਿਆਂ ਵਿੱਚ ਨਹੀਂ, ਪਰ ਤੁਹਾਡੀ ਸਲਾਹ ਦੇ ਸਿਰ ਤੇ ਬੁਰਾ ਕਿਸੇ ਦਾ ਹੋਇਆ। ਤੁਹਾਡੀ ਚੁਗਲੀ ਨੇ, ਤੁਹਾਡੀ ਨਿੰਦਿਆ ਨੇ, ਤੁਹਾਡੇ ਬੋਲਾਂ ਨੇ ਕਿਸੇ ਦੀ ਜ਼ਿੰਦਗੀ ਨੇ ਖਰਾਬ ਕੀਤੀ ਹੈ ਨਾ। ਉਹ ਸਮਝਾ ਰਹੇ ਆ। ਭਾਈ ਬਾਲਾ ਜੀ ਕਹਿੰਦੇ ਭਾਈ ਉਹਦੀ ਫਿਤਰਤ ਸੀ, ਉਹਦੇ ਸੁਭਾਅ ਵਿੱਚ ਸੀ। ਜੇ ਉਹ ਰੁੱਖ ਥੱਲੇ ਨਾ ਵੀ ਬਹਿੰਦਾ, ਕੋਈ ਬੰਦਾ ਉਹਨੂੰ ਰੱਥ ਤੇ ਬਿਠਾ ਕੇ ਵੀ ਲੈ ਜਾਂਦਾ, ਉਹਦੇ ਮਨ 'ਚ ਫਿਰ ਵੀ ਖਿਆਲ ਆਉਣਾ ਸੀ ਵੀ ਜੇ ਰੱਥ ਮੇਰਾ ਹੁੰਦਾ ਮੈਨੂੰ ਮਾਰੀ ਦੇਣਾ। ਖਿਆਲ ਤੇ ਆਉਣੇ ਸੀ ਨਾ, ਕਿਉਂਕਿ ਉਹ ਖਿਆਲ ਨੇ ਜਿਹੜੇ ਮਨੁੱਖ ਦੇ ਉਹ ਬਦਲੇ ਨਹੀਂ ਜਾ ਸਕਦੇ ਗੁਰੂ ਤੋਂ ਬਗੈਰ। ਗੁਰੂ ਇਸੇ ਕਰਕੇ ਜ਼ਰੂਰੀ ਹੈ। ਸਾਡੇ ਅੰਦਰ ਜਨਮਾਂ ਜਨਮਾਂ ਦੀ ਮੈਲ ਹੈ, ਜਨਮਾਂ ਜਨਮਾਂ ਦੇ ਥਾਟ ਪਏ ਆ, ਵਿਚਾਰਾਂ ਪਈਆਂ ਨੇ। ਉਹ ਵਿਚਾਰਾਂ ਇੱਕ ਦਿਨ 'ਚ ਕਿੱਦਾਂ ਬਦਲ ਜਾਣਗੀਆਂ? ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਬਦਲੀਆਂ ਜਾ ਸਕਦੀਆਂ। ਜਿੰਨੀਆਂ ਮਰਜ਼ੀ ਕਥਾਵਾਂ ਸੁਣੋ, ਜੋ ਮਰਜ਼ੀ ਕਰੋ, ਹਾਂ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਅਰਦਾਸ ਕਰਕੇ ਸੁਣੋਗੇ, ਬਾਣੀ ਪੜ੍ਹੋਗੇ ਨਾ, ਸੱਚੀ ਵਿਚਾਰ ਗੁਰੂ ਸਭ ਬਦਲ ਦਿੰਦੇ ਆ। ਗੁਰੂ ਹੀ ਬਦਲ ਸਕਦਾ ਹੈ। ਕਹਿੰਦੇ ਉਹ ਵਿਅਕਤੀ ਦੇ ਮੁੱਢ ਕਦੀਮੀ ਵਿਚਾਰ ਸਨ, ਜਿਹਨੂੰ ਆਪਾਂ ਕਹਿੰਦੇ ਸੁਭਾਅ ਨਹੀਂ ਬਦਲਦਾ ਹੁੰਦਾ। ਮੈਂ ਕਹਿੰਦਾ ਕਿਸੇ ਮਾੜੇ ਬੰਦੇ ਨੂੰ ਤੁਸੀਂ ਰੱਬ ਨਾਲ ਜੋੜ ਦਿਓ, ਜੇ ਉਹ ਰੱਬ ਨੂੰ ਨਹੀਂ ਮੰਨਦਾ ਨਾ, ਉੱਤੋਂ ਮੰਨਦਾ ਹੈ, ਉਹ ਚੰਗਾ ਵੀ ਕਰਕੇ ਵਿਖਾਵੇ, ਪਰ ਉਹਦੇ ਨੇਚਰ ਵਿੱਚੋਂ ਉਹ ਬੁਰਾਈ ਜਾ ਨਹੀਂ ਸਕਦੀ ਜਦੋਂ ਤੱਕ ਸਤਿਗੁਰ ਰਹਿਮਤ ਨਾ ਕਰੇ, ਜਦੋਂ ਤੱਕ ਗੁਰੂ ਕਿਰਪਾ ਨਾ ਕਰੇ। ਆ ਜਾਤਵਾਦ ਦਾ ਕੋੜ ਸਾਡੇ 'ਚ ਹੈ ਨਾ, ਨਿਕਲਦਾ ਨਹੀਂ ਹੈ। ਅੰਮ੍ਰਿਤ ਛਕਣ ਤੋਂ ਬਾਅਦ ਵੀ ਸਾਡੇ ਉਹੀ ਲੱਛਣ ਨੇ ਜਿਹੜੇ ਪਹਿਲਾਂ ਸੀ। ਫਰਕ ਪਿਆ ਕੋਈ? ਇਹ 'ਚ ਗੁਰੂ ਦਾ ਕੀ ਕਸੂਰ ਹੈ? ਗੁਰੂ ਨੇ ਜੋ ਸਮਝਾਇਆ, ਜੋ ਦੱਸਿਆ ਸੀ, ਨਹੀਂ ਮੰਨਿਆ। ਅੰਮ੍ਰਿਤ ਛਕਣ ਤੋਂ ਜਿਹੋ ਜਿਹੇ ਪਹਿਲਾਂ ਸੀ ਉਹੋ ਜਿਹੇ ਹੁਣ ਤੁਰੇ ਫਿਰਦੇ। ਫਰਕ ਤਾਂ ਹੈ ਨਹੀਂ ਕੋਈ। ਕਿਉਂ ਨਹੀਂ ਹੈ? ਗੁਰੂ ਨੇ ਤੇ ਸਾਨੂੰ ਅਲੱਗ ਕੀਤਾ ਸੀ, ਵੱਡੇ ਬਣਾਇਆ ਸੀ, ਕਿਉਂਕਿ ਸਾਡੇ ਵਿਚਾਰ ਅਜੇ ਵੀ ਉਹੀ ਨੇ, ਅਸੀਂ ਬਦਲ ਨਹੀਂ ਸਕੇ। ਭਾਈ ਬਾਲਾ ਜੀ ਨੇ ਜਦੋਂ ਇਹ ਬਚਨ ਸੁਣਾਏ ਨਾ, ਬੜੇ ਗਹਿਰੇ ਸੀ। ਉਹ ਸਿੱਖ ਹੈਰਾਨ ਹੋ ਗਏ। ਕਹਿੰਦੇ ਭਾਈ ਉਸ ਵਿਅਕਤੀ ਦਾ ਕਸੂਰ ਵੀ ਨਹੀਂ ਹੈ, ਉਹਦੇ ਅੰਦਰ ਦੇ ਵਿਚਾਰ ਨੇ, ਅੰਦਰ ਦੇ ਥਾਟ ਨੇ। ਆ ਰੁੱਖ ਦੀ ਗੱਲ ਛੱਡੋ, ਉਹਦਾ ਕਿਸੇ ਨੇ ਭਲਾ ਵੀ ਕਰਨਾ ਸੀ ਨਾ, ਉਹਨੇ ਉੱਥੇ ਵੀ ਸੋਚਣਾ ਸੀ
ਵੀ ਜੇ ਬੰਦਾ ਮੇਰਾ ਭਲਾ ਕਰਦਾ ਇਹਨੂੰ ਕੀ ਫਾਇਦਾ ਹੈ। ਬੜੇ ਸਾਡੇ ਇਦਾਂ ਦੇ, ਬੜੇ ਸੁਭਾਅ ਸਾਡੇ ਇਦਾਂ ਦੇ ਆ। ਕੋਈ ਬੰਦਾ ਜੇ ਸਾਡੀ ਸੇਵਾ ਵੀ ਕਰਦਾ ਨਾ, ਸਾਡੇ ਨੇੜੇ ਵੀ ਆਉਂਦਾ ਹੈ ਤੇ ਸਾਡੇ ਅੰਦਰ ਪਾਪ ਹੁੰਦਾ, ਯਾਰ ਇਹ ਇਦਾਂ ਕਿਉਂ ਕਰਦਾ, ਮੇਰੇ ਨੇੜੇ ਆਲੇ ਦੁਆਲੇ ਕਿਉਂ ਘੁੰਮਦਾ ਹੈ, ਕੋਈ ਫਾਇਦਾ ਹੋਵੇ ਮੇਰੇ ਤੋਂ, ਇਹ ਕੋਈ ਲਾਲਚ ਲੱਭੀ ਫਿਰਦਾ, ਕੋਈ ਠੱਗੀ ਤਾਂ ਨਹੀਂ ਮਾਰੂਗਾ। ਵਿਚਾਰ ਨਹੀਂ ਨਾ ਆਪਣੇ, ਭਾਵੇਂ ਉਹਦੇ ਮਨ 'ਚ ਤੁਹਾਡੇ ਪ੍ਰਤੀ ਉਹਦਾ ਖਿਆਲ ਵੀ ਨਾ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦੇ ਭਾਈ ਬਾਲਾ ਜੀ, ਮਨ ਭਾਏ ਆਏ, ਕਹਿੰਦੇ ਮੇਰੇ ਗੁਰੂ ਨਾਨਕ ਉਸ ਅੰਬਾਂ ਦੇ ਰੁੱਖ ਵਰਗੇ ਨੇ, ਆਖੋ ਸਤਿਨਾਮ। ਉਸ ਅਕਿਰਤ ਘਣ ਬੰਦੇ ਨੂੰ ਛਾਂ ਵੀ ਦਿੱਤੀ, ਫਲ ਵੀ ਦਿੱਤੇ ਆ, ਠੰਡੀਆਂ ਹਵਾਵਾਂ ਵੀ ਉਹਨੂੰ ਮਿਲਦੀਆਂ, ਪਰ ਉਹ ਫੇਰ ਵੀ ਬੁਰਾ ਸੋਚਦਾ ਏ। ਅੰਤ ਧੀਕ ਨਿਬਿਹਾਏ, ਬਿਬ ਵਿਪਰੀਤ ਨਾ ਹੋਈ ਕਬ। ਅਗਲੀ ਗੱਲ ਭਾਈ ਬਾਲਾ ਜੀ ਨੇ ਬੜੀ ਕੀਮਤੀ ਆਖੀ, ਕਹਿੰਦੇ ਗੁਰੂ ਤੋਂ ਬਗੈਰ ਬੰਦੇ ਦਾ ਸੁਭਾਅ ਕੋਈ ਵੀ ਨਹੀਂ ਬਦਲ ਸਕਦਾ। ਆਦਿ ਤੋਂ ਲੈ ਕੇ, ਜਨਮ ਤੋਂ ਲੈ ਕੇ ਅੰਤ ਤੱਕ ਬੰਦੇ ਦੀ ਨੇਚਰ ਉਹੀ ਰਹਿੰਦੀ ਹੈ। ਜਿੰਨਾ ਮਰਜ਼ੀ ਜੋ ਮਰਜ਼ੀ ਬਣਾਈ ਜਾਓ, ਬੰਦਾ ਨਹੀਂ ਬਦਲ ਸਕਦਾ ਜਦੋਂ ਤੱਕ ਸਤਿਗੁਰ ਨਾ ਬਦਲੇ, ਜਦੋਂ ਤੱਕ ਗੁਰੂ ਦੀ ਕਿਰਪਾ ਨਾ ਹੋਵੇ, ਜਦੋਂ ਤੱਕ ਅੰਮ੍ਰਿਤ ਧਾਰੀ ਨਹੀਂ ਨਾ ਹੁੰਦੇ, ਕੁਛ ਨਹੀਂ ਹੋਣਾ। ਜੋ ਮਰਜ਼ੀ ਕਰੀ ਜਾਓ, ਅੰਦਰੋਂ ਖਿਆਲ ਥੋੜਾ ਜਾਂਦੇ, ਖਿਆਲ ਗੁਰੂ ਕੱਢਦਾ ਹੈ, ਅਵਗੁਣ ਗੁਰੂ ਕੱਢਦੇ ਆ। ਭਾਈ ਬਾਲਾ ਜੀ ਦੱਸਣ ਲੱਗੇ, ਕਹਿੰਦੇ ਪਿਆਰੇ ਸਿੱਖੋ, ਮਰਨ ਵੇਲੇ ਤੱਕ ਬੰਦੇ ਦੇ ਵਿਚਾਰ ਉਹੀ ਰਹਿੰਦੇ ਆ ਜਿਹੜੇ ਜਨਮਾਂ ਜਨਮਾਂ ਤੋਂ ਚੱਲੇ ਸੀ। ਕੋਈ ਇੱਕ ਜਨਮ ਦੇ ਵਿਚਾਰ ਨਹੀਂ ਸਾਡੇ। ਕਿਤੇ ਸਾਡੇ ਅੰਦਰ ਇਹ ਭੁਲੇਖਾ ਹੋਵੇ ਵੀ ਅਸੀਂ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਸੋਚਦੇ ਆ ਉਹੀ ਨਹੀਂ। ਕਈ ਵਾਰ ਉਹ ਖਿਆਲ ਵੀ ਸਾਡੇ ਅੰਦਰ ਆਉਂਦੇ ਨੇ ਜੋ ਅੱਜ ਤੋਂ 7 ਜਨਮ ਪਹਿਲਾਂ ਅਸੀਂ ਕਿਤੇ ਸੋਚੇ ਹੋਏ ਸੀ, ਹਜ਼ਾਰਾਂ ਜਨਮ ਪਹਿਲਾਂ ਕਿਤੇ ਸੋਚੇ ਸੀ ਨਾ। ਉਹ ਥਾਟ ਵੀ ਸਾਡੇ ਅੰਦਰ ਚੱਲਦੇ ਆ, ਉਹ ਵਿਚਾਰਾਂ ਵੀ ਚੱਲਦੀਆਂ ਨੇ, ਉਹਨਾਂ ਕਰਕੇ ਕਰਮ ਚੱਲਦੇ ਆ। ਕਹਿੰਦੇ ਜਿਹੜਾ ਬੰਦਾ ਮੁੱਢ ਕਦੀਮੀ ਸੁਭਾਅ ਕਰਕੇ ਮਾੜਾ ਹੈ, ਉਹਨੇ ਅੰਤ ਤੱਕ ਉਹੋ ਜਿਹਾ ਹੀ ਰਹਿਣਾ। ਜੇ ਇਹੋ ਜਿਹਾ ਬੰਦਾ ਧਰਮੀ ਵੀ ਬਣ ਜੇ ਨਾ, ਤੇ ਧਰਮ ਦੀ ਬਦਨਾਮੀ ਉਹ ਕਰਾਉਂਦਾ। ਆਖੋ ਸਤਿਨਾਮ। ਸੁਧਰ ਨਹੀਂ ਸਕਦਾ। ਆ ਬੜੇ ਲੋਕ ਆ ਜਿਨ੍ਹਾਂ ਤੇ ਦੁਨੀਆ ਜ਼ੋਰ ਲਾਉਂਦੀ, ਉਹ ਤੂੰ ਧਰਮੀ ਹੋ ਗਿਆ, ਆਹ ਕੰਮ ਕਰ ਲਾ। ਹੁਣ ਇੱਕ ਮਾੜਾ ਬੰਦਾ ਹੁੰਦਾ ਸ਼ਰਾਬੀ ਨਾਲ ਲੱਖ ਵਾਰ ਅੰਮ੍ਰਿਤ ਛਕ ਲੈਂਦਾ ਹੈ, ਬੜੀ ਵਾਰ ਗੁਰਦੁਆਰੇ ਵੀ ਜਾਂਦਾ, ਚੌਥੇ ਦਿਨ ਵਾਲ ਕਟਾਈ ਕਰਦਾ ਹੁੰਦਾ, ਫਿਰ ਕਰਮ ਤੇ ਛੁੱਟੀ। ਕਿਉਂ? ਰੱਬ ਨੇ ਉਹਦੇ ਕਰਮਾਂ 'ਚ ਦੁੱਖ ਲਿਖਿਆ ਹੋਇਆ ਹੈ, ਉਹਦੇ ਮੁੱਢ ਤੋਂ ਪਾਪ ਹੀ ਇਦਾਂ ਦੇ ਸੀ, ਉਹ ਕਦੇ ਚੰਗਾ ਸੋਚ ਨਹੀਂ ਸਕਦਾ, ਚੰਗਾ ਕਰ ਨਹੀਂ ਸਕਦਾ। ਹਾਂ, ਜਿੱਦੋਂ ਉਹਨੇ ਮਨ ਗੁਰੂ ਨੂੰ ਸੌਂਪਤਾ ਤਾਂ ਫਿਰ ਗੁਰੂ ਨੇ ਪਲਟਾ ਹੀ ਬਦਲ ਦੇਣਾ। ਕਹਿੰਦੇ ਜਿਵੇਂ ਉਸ ਵਿਅਕਤੀ ਨੇ ਉਸ ਰੁੱਖ ਥੱਲੇ ਬਹਿ ਕੇ ਬੁਰਾ ਸੋਚਿਆ, ਗੱਲ ਰੁੱਖ ਦੀ ਨਹੀਂ ਹੈ, ਗੱਲ ਵਿਅਕਤੀ ਦੀ ਨਹੀਂ ਹੈ। ਭਾਈ ਬਾਲਾ ਜੀ ਇੱਕ ਸਵਾਲ ਨੂੰ ਠੋਕਰ ਮਾਰ ਰਹੇ ਨੇ। ਕਹਿੰਦੇ ਭਾਈ ਉਹਦੀ ਆਦਤ ਮਜਬੂਰੀ ਬਣ ਗਈ, ਉਹ ਮਜਬੂਰ ਹੋਇਆ ਪਿਆ। ਜਿਸ ਰੁੱਖ ਥੱਲੇ ਬੈਠੂਗਾ ਉਹਨੂੰ ਵੱਢਣ ਬਾਰੇ ਸੋਚੂਗਾ। ਕੋਟਕ ਛੰਦ ਸਮ ਪਨੰਗ ਲਿਹੋ ਪਛਾਣ ਤਿਸੈ, ਢਿਗ ਪੀਵਤ ਪੈ ਜੇ ਤਾਹੀ ਡਸੈ। ਉਸ ਵੇਲੇ ਕੁਝ ਸਿੱਖਾਂ ਨੇ ਫਿਰ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਉਹ ਬੰਦਾ ਕਿਹੋ ਜਿਹਾ ਹੋ ਸਕਦਾ ਹੈ? ਅਕਿਰਤ ਘਣ ਬੰਦਾ, ਕੀਤਾ ਨਹੀਂ ਜਾਣਦਾ, ਅਕਿਰਤ ਘਣ ਬੰਦਾ ਜੋ ਰੱਬ ਦੀਆਂ ਦਿੱਤੀਆਂ ਦਾਤਾਂ ਲੈ ਕੇ ਵੀ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ। ਕਹਿੰਦੇ ਕਿਹਦੇ ਵਰਗਾ ਹੋ ਸਕਦਾ? ਉਹ ਬਦਲਿਆ ਤਾਂ ਜਾ ਨਹੀਂ ਸਕਦਾ। ਬਚਪਨ 'ਚ ਵੀ ਉਹੀ ਕੰਮ ਕਰਦਾ ਰਿਹਾ, ਜਵਾਨੀ 'ਚ ਵੀ ਉਹੀ ਸੋਚ ਰਹਿਣੀ ਉਹਦੀ, ਬੁਢਾਪੇ 'ਚ ਵੀ। ਬੜੇ ਲੋਕ ਨੇ ਜੀ ਸੁਭਾਅ ਕਰਕੇ ਚੰਦਰੇ ਹੁੰਦੇ ਨੇ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਬਦਲ ਹੀ ਨਹੀਂ ਸਕਦੇ। ਬੜੇ ਲੋਕ ਦਾਨੀ ਹੁੰਦੇ ਨੇ, ਜਿੰਨੀਆਂ ਮਰਜ਼ੀ ਗਾਲਾਂ ਕੱਢੀ ਜਾਓ ਦਾਨ ਕਰਨੋਂ ਨਹੀਂ ਹਟਦੇ। ਬੜੇ ਲੋਕ ਲਾਲਚੀ ਨੇ, ਕੋਈ ਉਹਨਾਂ ਦੇ ਵਸ ਥੋੜੀ ਹੈ, ਕੋਈ ਉਹਨਾਂ ਦੇ ਖੂਨ 'ਚ ਪਿਆ, ਉਹਨਾਂ ਦੇ ਵਿਚਾਰਾਂ 'ਚ ਪਿਆ। ਉਹਨਾਂ ਨੂੰ ਹਰ ਵੇਲੇ ਖਤਾ ਹੀ ਖਤਾ ਲੱਗਦੀ ਰਹਿੰਦੀ, ਹਰ ਵੇਲੇ ਡਰ ਹੀ ਲੱਗਦਾ ਰਹਿੰਦਾ, ਏਦਾਂ ਨਹੀਂ ਹੋ ਗਿਆ, ਏਦਾਂ ਹੋ ਗਿਆ। ਇੱਕ ਬੰਦੇ ਦੇ ਅੰਦਰ ਸਹਿਮ ਹੈ, ਡਰ ਹੈ, ਉਹਨੂੰ ਜਿੰਨਾ ਮਰਜ਼ੀ ਸ਼ੇਰ ਬਣਾਈ ਜਾਓ ਡਰ ਨੂੰ ਨਹੀਂ ਹਟਦਾ। ਪਰ ਜੇ ਗੁਰੂ ਦੀ ਕਿਰਪਾ ਹੋ ਗਈ ਫਿਰ ਬਦਲ ਜਾਂਦਾ। ਭਾਈ ਬਾਲਾ ਜੀ ਕਹਿੰਦੇ ਭਾਈ ਉਹ ਵਿਅਕਤੀ ਹੈ ਸੱਪ ਵਰਗਾ। ਸੱਪ 'ਚ ਗੁਨਾਹ ਬੜੇ ਆ। ਸੱਪ ਦਾ ਕੋਈ ਦੁਸ਼ਮਣ ਨਹੀਂ ਹੈ, ਸੱਪ ਆਪਣੀ ਜ਼ਹਿਰ ਤੋਂ ਆਪ ਤੰਗ ਹੈ। ਆਪਾਂ ਕਹਿੰਦੇ ਆ ਵੀ ਸੱਪ ਡੰਗ ਮਾਰਦਾ, ਕਿਉਂ ਮਾਰਦਾ ਹੈ? ਕਿਉਂਕਿ ਜਦੋਂ ਉਹਦੀ ਆਪਣੀ ਵਿਸ਼ ਆਪਣੀ ਜ਼ਹਿਰ ਨੂੰ ਤੰਗ ਕਰਦੀ ਹੈ, ਉਹਦੀ ਜੀਭ ਤੇ ਛਾਲਾ ਹੁੰਦਾ ਹੈ, ਉਹਨੂੰ ਭੰਨਣ ਵਾਸਤੇ ਉਹ ਡਸਦਾ ਹੈ। ਕਈ ਵਾਰ ਬੰਦਾ ਵੀ ਨਾ ਹੋਵੇ, ਕੰਧਾਂ ਨੂੰ ਡਸੀ ਜਾਂਦੇ ਨੇ, ਰੁੱਖਾਂ ਨੂੰ ਡਸਦੇ ਆ। ਆਮ ਤੌਰ ਤੇ ਲੋਕੀ ਜ਼ਿਮੀਦਾਰ ਗੱਲਾਂ ਕਰਦੇ, ਕਹਿੰਦੇ ਕੱਖ ਲੱਗ ਗਿਆ, ਕਿੱਥੋਂ ਲੱਗਿਆ? ਭਾਈ ਝਾੜੀਆਂ ਤੇ ਝੱਗ ਲੱਗੀ ਸੀ, ਸੱਪ ਦੀ ਜ਼ਹਿਰ ਲੱਗੀ ਸੀ, ਉੱਥੇ ਪੈਰ ਲੱਗ ਗਿਆ, ਹੋ ਗਿਆ। ਉਹ ਡਸਦਾ ਰਹਿੰਦਾ। ਕਹਿੰਦੇ ਹੁਣ ਸੱਪ ਦਾ ਸੁਭਾਅ ਭਾਵੇਂ ਆਂਡੇ ਲਿਆ ਕੇ ਰੱਖ ਲਓ, ਆਂਡੇ ਲਿਆ ਕੇ ਉਹਨੂੰ ਉਹਦੀ ਮਾਂ ਨਾ ਵਿਖਾਓ, ਉਹਦਾ ਪਿਓ ਨਾ ਵਿਖਾਓ, ਆਂਡਾ ਟੁੱਟਿਆ ਛੋਟਾ ਜਿਹਾ ਬੱਚਾ ਸੀ ਉਹਦੇ ਵਿੱਚ, ਉਹਨੂੰ ਦੁੱਧ ਪਿਲਾਈ ਜਾਓ। ਦੁੱਧ ਪਿਲਾਉਣ ਤੋਂ ਬਾਅਦ ਵੀ ਪੀਤੇ ਹੋਏ ਅੰਮ੍ਰਿਤ ਦੁੱਧ ਦਾ ਉਹਨੇ ਬਚਪਨ ਤੋਂ ਲੈ ਕੇ ਬਜ਼ੁਰਗ ਹੁੰਦਿਆਂ ਤੱਕ ਜ਼ਹਿਰ ਬਣਾ ਕੇ ਹੀ ਪਿਲਾਉਣ ਵਾਲੇ ਨੂੰ ਦੱਸਣਾ। ਆਖੋ ਸਤਿਨਾਮ। ਸੱਪ ਦਾ ਸੁਭਾਅ ਹੈ, ਭਾਵੇਂ ਦੁੱਧ ਪਿਆਓ
ਲੱਸੀ ਪਿਲਾਓ। ਇੱਕ ਗੱਲ ਹੋਰ ਯਾਦ ਰੱਖਿਓ, ਸੱਪਾਂ ਨੂੰ ਪਾਲਣ ਵਾਲੇ, ਸੱਪਾਂ ਨੂੰ ਰੱਖਣ ਵਾਲੇ ਸਨੇਕ ਕੈਚਰ ਜਿਹੜੇ ਹੁੰਦੇ ਆ ਨਾ, ਜਿੱਦਣ ਉਹ ਮਰਦੇ ਆ, ਮਰਦੇ ਵੀ ਸੱਪਾਂ ਦੇ ਡੰਗਣ ਤੋਂ ਹੀ। ਜਿਨ੍ਹਾਂ ਨੂੰ ਪਾਲਿਆ ਹੁੰਦਾ ਉਹ ਵੀ ਡੰਗ ਲੈਂਦੇ ਆ। ਕਿੱਡਾ ਸੋਹਣਾ ਪ੍ਰਮਾਣ ਭਾਈ ਬਾਲਾ ਜੀ ਨੇ ਦਿੱਤਾ। ਕਹਿੰਦੇ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਸੱਪ ਵਾਲਾ ਸੁਭਾਅ ਹੈ, ਜ਼ਹਿਰ ਨਹੀਂ ਮਾੜਾ ਸੱਪ ਦਾ। ਅੱਜ ਐਂਟੀ ਵੈਨਮ ਬਣਦੇ ਆ। ਜੇ ਕਿਸੇ ਬੰਦੇ ਨੂੰ ਸੱਪ ਨੇ ਡੰਗਿਆ, ਬਿੱਛੂ ਨੇ ਡੰਗਿਆ, ਤੇ ਸੱਪ ਦੀ ਜ਼ਹਿਰ ਬਚਾ ਵੀ ਰਹੀ ਹੈ। ਆ ਕੀਮੋਥੈਰੇਪੀਆਂ ਲੋਕਾਂ ਦੀ ਹੁੰਦੀਆਂ, ਕਾਹਦੀ ਜ਼ਹਿਰ ਹੈ? ਐਂਟੀ ਵੈਨਮ, ਸੱਪਾਂ ਦੀ ਜ਼ਹਿਰ ਹੈ। ਜਦੋਂ ਖਤਮ ਕਰ ਦਿੰਦੀ ਸਾਰਾ ਕੁਝ, ਵਾਲ ਝਾੜ ਦਿੰਦੀ ਹੈ, ਬਿਲਕੁਲ ਹਿਲਾ ਕੇ ਰੱਖ ਦਿੰਦੀ ਹੈ। ਕੀ ਹੈ? ਜ਼ਹਿਰ ਤੇ ਸੱਪ ਦਾ ਹੀ ਹੈ, ਪਰ ਬਚਾ ਰਿਹਾ ਕਿਸੇ ਦੀ ਜ਼ਿੰਦਗੀ। ਜ਼ਹਿਰ ਮਾੜਾ ਨਹੀਂ ਹੈ। ਅੱਜ ਜਿੰਨੀਆਂ ਮੈਡੀਸਨ ਅਸੀਂ ਲੈਂਦੇ ਆ, 30% ਸੱਪ ਦਾ ਜ਼ਹਿਰ ਪੈਂਦਾ ਇਹਨਾਂ 'ਚ। ਆਯੁਰਵੇਦ ਵਿੱਚ ਵੀ ਪੈਂਦਾ, ਐਲੋਪੈਥੀ ਵਿੱਚ ਵੀ ਹੈ, ਹੋਮੋਪੈਥੀ ਵਿੱਚ ਵੀ ਕਿਤੇ ਨਾ ਕਿਤੇ ਯੂਜ਼ ਕਰਦੇ ਆ। ਫਾਇਦਾ ਤੇ ਹੈ ਨਾ। ਉਹ ਦੱਸ ਕੀ ਰਹੇ ਆ? ਕਹਿੰਦੇ ਸੱਪ ਦਾ ਵਿਸ਼ ਜ਼ਹਿਰ ਮਾੜਾ ਨਹੀਂ, ਸੱਪ ਦਾ ਸੁਭਾਅ ਮਾੜਾ ਹੈ। ਉਹਨੂੰ ਜਿਹਨੇ ਵੀ ਪਾਲਿਆ, ਜਿਹਨੇ ਵੀ ਰੱਖਿਆ, ਭਾਵੇਂ ਦੁੱਧ ਪਿਲਾਇਆ, ਲੱਸੀ ਪਿਲਾਈ, ਪਾਣੀ ਪਿਲਾਇਆ, ਉਹਨੇ ਦੱਸਣਾ ਉਸੇ ਨੂੰ ਹੈ। ਅਕਿਰਤ ਘਣ ਬੰਦੇ ਦਾ ਜਿੰਨਾ ਮਰਜ਼ੀ ਕਰ ਲਓ, ਜੋ ਮਰਜ਼ੀ ਕਰ ਲਓ, ਜਾਂਦਾ ਅਕਲ ਸਿਖਾ ਕੇ ਜਾਊ, ਦੁਬਾਰਾ ਗਲਤੀ ਨਾ ਕਰੀ। ਆਖੋ ਸਤਿਨਾਮ, ਭਰੋਸਾ ਨਾ ਕਿਸੇ ਤੇ ਕਰੀ। ਕਹਿੰਦੀ ਉਹਦੇ ਸੁਭਾਅ ਵਿੱਚ ਹੈ। ਸੁਭਾਅ ਕਿੱਥੋਂ ਬਣਦੇ ਆ ਜੀ? ਵਿਚਾਰਾਂ ਤੋਂ। ਜਿਹੋ ਜਿਹੇ ਕੁਝ ਵਿਚਾਰ ਸਾਡੇ ਮਾਂ-ਬਾਪ ਤੋਂ ਮਿਲੇ ਹੁੰਦੇ ਆ, ਕੁਝ ਸਾਡੇ ਪੂਰਬਲੇ ਜਨਮਾਂ ਦੇ ਹੁੰਦੇ ਆ। ਕਈ ਵਾਰ ਨਾ ਕਿਸੇ ਦੇ ਮਾਂ-ਬਾਪ ਬਹੁਤ ਚੰਗੇ ਹੁੰਦੇ ਆ, ਗੁਰਦੁਆਰੇ ਵੀ ਆਉਂਦੇ ਆ, ਭਗਤੀ ਵੀ ਕਰਦੇ ਆ, ਪਰ ਬੱਚਾ ਉਹਨਾਂ ਤੋਂ ਬਿਲਕੁਲ ਐਂਟੀ, ਬਿਲਕੁਲ ਪੁੱਠਾ ਹੋ। ਕਿਉਂ? ਪਿਛਲੇ ਜਨਮਾਂ ਦੇ ਵਿਚਾਰ ਨੇ। ਉਹ ਇਸ ਵੇਲੇ ਆਪਣੇ ਮਾਂ-ਬਾਪ ਦੀ ਗੱਲਬਾਤ ਨੂੰ ਅਡਾਪਟ ਨਹੀਂ ਕਰ ਪਾ ਰਿਹਾ, ਉਹਨੂੰ ਬੁਰੇ ਲੱਗਦੇ ਆ, ਕਿਉਂਕਿ ਉਹਦੇ ਵਿਚਾਰ ਉਹਨੂੰ ਕਹਿੰਦੇ ਤੂੰ ਆਜ਼ਾਦ ਹੈ, ਤੂੰ ਇਦਾਂ ਦਾ ਹੀ, ਤੇਥੋਂ ਪੁੱਠੇ ਚੱਲਦੇ ਆ। ਭਾਈ ਬਾਲਾ ਜੀ ਕਹਿੰਦੇ ਭਾਈ ਹੁਣ ਸੱਪ ਨੂੰ ਦੁੱਧ ਪਿਲਾਓ, ਕੀ ਕਰੋਗੇ? ਸੱਪੈ ਦੁੱਧ ਪਿਆਈ ਹੈ ਅੰਦਰ ਵਿਸਨੇ ਪੋਰ। ਬਾਣੀ ਨੇ ਵੀ ਕਹਿ ਦਿੱਤਾ, ਕਹਿੰਦੇ ਸੱਪ ਨੂੰ ਦੁੱਧ ਪਿਲਾਈ ਦਾ ਕੋਈ ਫਾਇਦਾ ਹੈ? ਮਾਰਨਾ ਉਹਨੇ ਡੰਗ ਹੀ ਹੁੰਦਾ ਏ। ਪੁਕਾਰ ਕੇ ਸੰਗ ਬੁਰਾ ਕਰਹੀ, ਨਰ ਘੋਰ ਨਿਰੈ ਮਰ ਸੋ ਪਰਹੀ। ਹੁਣ ਸੱਪ ਦਾ ਇੱਕ ਡੰਗ ਏ, ਉਹਦਾ ਸੁਭਾਅ ਕਿਸੇ ਦੀ ਜ਼ਿੰਦਗੀ ਲਈ ਖਤਰਾ ਹੈ। ਜੇ ਕੋਈ ਉਹਨੂੰ ਪਿਆਰ ਵੀ ਕਰ ਦੋ ਤਾਂ ਵੀ ਡੰਗ ਲੈਂਦਾ, ਤਾਂ ਵੀ ਡਸ ਲੈਂਦਾ, ਪਰ ਕਿਸੇ ਦੀ ਜ਼ਿੰਦਗੀ ਤੇ ਗਈ ਨਾ। ਕਹਿੰਦੇ ਸੱਪ ਸਾਰੀ ਜ਼ਿੰਦਗੀ ਆਪਣਾ ਸੁਭਾਅ ਨਹੀਂ ਬਦਲ ਸਕਦਾ। ਉਹ ਭਾਵੇਂ ਏਸ਼ੀਆ ਦੇ ਸੱਪ ਹੋਣ, ਯੂਰਪ ਦੇ ਹੋਣ, ਕਿਸੇ ਹੋਰ ਕੰਟਰੀ ਦੇ ਹੋਣ, ਪਰ ਸੱਪ ਨੇ ਸੱਪ ਰਹਿਣਾ। ਭਾਵੇਂ ਕਈ ਸੱਪ ਜ਼ਹਿਰ ਤੋਂ ਬਗੈਰ ਹੁੰਦੇ ਆ, ਪਰ ਡਸਣ ਦੀ ਆਦਤ ਉਹਨਾਂ ਨੂੰ ਵੀ ਹੁੰਦੀ ਹੈ। ਡੰਗਦੇ ਉਹ ਵੀ ਨੇ, ਨਿਗਲਦੇ ਉਹ ਵੀ ਨੇ, ਭਾਵੇਂ ਜ਼ਹਿਰ ਹੋਵੇ ਨਾ ਹੋਵੇ, ਆਦਤ ਹੈ ਨਾ, ਸੁਭਾਅ ਉਹਨਾਂ ਦਾ। ਕਹਿੰਦੇ ਜਿਹੜਾ ਅਕਿਰਤ ਘਣ ਬੰਦਾ ਹੈ, ਰੱਬ ਦੇ ਕੀਤਿਆਂ ਨੂੰ ਜਾਣਦਾ ਨਹੀਂ, ਉਹਦਾ ਕੋਈ ਚੰਗਾ ਵੀ ਕਰੇ ਮਾੜਾ ਵੀ ਕਰੇ, ਉਹਨੇ ਇੱਕ ਬਰਾਬਰੀ ਪਲੇਟਫਾਰਮ ਤੇ ਰੱਖਣੇ ਹੁੰਦੇ। ਭਲਾ ਕਰਨ ਵਾਲੇ ਨੂੰ ਵੀ ਉਹਨੇ ਉਨੀਆਂ ਜੁੱਤੀਆਂ ਮਾਰਨੀਆਂ ਜਿੰਨੀਆਂ ਉਹਨੇ ਬੁਰਾ ਕਰਨ ਵਾਲੇ ਦੇ ਮਾਰਨੀਆਂ। ਸਿੱਧੀਆਂ ਗੱਲਾਂ। ਉਹ ਕਦੇ ਵੀ ਸੁਪਨੇ ਵਿੱਚ ਕਿਸੇ ਦਾ ਭਲਾ ਨਹੀਂ ਕਰ ਸਕਦਾ। ਜੇ ਉਹ ਭਲਾ ਕਰਨ ਤੇ ਵੀ ਆਊਗਾ ਤੇ ਉਹਦੇ ਭਲੇ ਪਿੱਛੇ ਵੀ ਆਪਣਾ ਕੋਈ ਮਫਾਦ ਛੁਪਿਆ ਹੁੰਦਾ ਹੈ, ਵੀ ਜੇ ਮੈਂ ਇਸ ਬੰਦੇ ਦਾ ਇਹ ਕੰਮ ਕਰਾਂ ਤਾਂ ਮੈਨੂੰ ਇੰਨੇ ਪੈਸੇ ਬਚਦੇ, ਮੈਨੂੰ ਆਹ ਹੋ ਜਾਊਗਾ। ਭਾਈ ਬਾਲਾ ਜੀ ਕਹਿੰਦੇ ਭਾਈ ਇਹਦੇ 'ਚ ਆਦਤ ਹੈ ਜ਼ਮਾਨੇ ਦੀ। ਦੁਨੀਆ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਭੰਡਿਆ, ਜਿਨ੍ਹਾਂ ਨੇ ਮਾੜਾ ਬੋਲਿਆ, ਕਹਿੰਦੇ ਮਰਦ ਜਾਣਦੇ ਆ ਵੀ ਹੁਣ ਸੱਪ ਦਾ ਕਸੂਰ ਕੀ ਹੈ। ਇਹਦੀ ਆਦਤ ਬਣ ਚੁੱਕੀ ਹੈ, ਮੈਂ ਇਹਨੂੰ ਦੁੱਧ ਪਿਲਾਵਾਂ ਨਾ ਪਿਲਾਵਾਂ, ਇਹਨੇ ਫੇਰ ਵੀ ਡੰਗਣਾ ਹੀ ਹੁੰਦਾ ਏ। ਪਰਮਾਰਥ ਮੈਂ ਮਤ ਹੈ ਜਿਨ ਕੀ, ਕਬ ਹੋਏ ਬੁਰੇ ਮਿਹਨਾ ਤਿਨ ਕੀ। ਹੁਣ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਦੱਸ ਰਹੇ ਨੇ, ਕਹਿੰਦੇ ਜਿਵੇਂ ਇੱਕ ਬੁਰਾ ਬੰਦਾ ਬੁਰਾਈ ਨਹੀਂ ਛੱਡ ਸਕਦਾ, ਉਹਦੇ ਵਿਚਾਰਾਂ ਵਿੱਚ ਬੁਰਾਈ ਹੈ, ਉਹਦੇ ਖਿਆਲਾਂ 'ਚ ਬੁਰਾਈ ਹੈ, ਉਹਦੇ ਸੁਪਨਿਆਂ 'ਚ ਬੁਰਾਈ ਹੈ। ਕਹਿੰਦੇ ਪਰਮਾਰਥ ਰੱਬ ਨੂੰ ਮੰਨਣ ਵਾਲੇ ਧਾਰਮਿਕ ਲੋਕ, ਕਹਿੰਦੇ ਉਹਨਾਂ ਦੇ ਜੀਵਨ ਵਿੱਚ ਧਰਮ ਕੁੱਟ-ਕੁੱਟ ਭਰਿਆ ਹੋਇਆ, ਕੁੱਟ-ਕੁੱਟ ਕੇ। ਉਹਨਾਂ ਦਾ ਕੋਈ ਬੁਰਾ ਵੀ ਕਰ ਜੇ ਉਹਨਾਂ ਤੋਂ ਨਹੀਂ ਕਰ ਹੁੰਦਾ। ਆਖੋ ਸਤਿਨਾਮ। ਜੇ ਇੱਕ ਮਾੜਾ ਬੰਦਾ ਕਿਸੇ ਦਾ ਭਲਾ ਨਹੀਂ ਨਾ ਕਰ ਸਕਦਾ, ਉਹਦੇ ਖਿਆਲ ਨੇ ਪੂਰਬਲੇ ਜਨਮਾਂ ਦੇ, ਕਹਿੰਦੇ ਚੰਗੇ ਵਿਅਕਤੀ ਦੇ ਪੂਰਬਲੇ ਜਨਮਾਂ ਦੇ ਖਿਆਲ ਨੇ, ਵਿਚਾਰ ਨੇ, ਉਹਦਾ ਕੋਈ ਬੁਰਾ ਵੀ ਕਰ ਜਾਂਦਾ, ਫਿਰ ਵੀ ਕਹਿੰਦੇ ਰੱਬਾ ਇਹਦਾ ਵੀ ਭਲਾ ਕਰਦੀ। ਕੋਈ ਗੱਲ ਨਹੀਂ, ਮੈਨੂੰ ਸਤਾਉਣ ਵਾਲਾ ਵੀ ਸੁਖੀ ਰਵੇ, ਮੈਨੂੰ ਰਵਾਉਣ ਵਾਲਾ ਵੀ ਸੁਖੀ ਰਵੇ, ਮੈਨੂੰ ਨੀਚਾ ਵਿਖਾਉਣ ਵਾਲਾ ਵੀ ਖੁਸ਼ ਰਹੇ। ਕਹਿੰਦੇ ਚੰਗਾ ਇਨਸਾਨ ਉਹਨਾਂ ਦਾ ਵੀ ਭਲਾ ਮੰਗਦਾ ਏ। ਹਰਖੇ ਪਰ ਕੋ ਸੁਖ ਦੀਖ ਸਦੈ, ਪਰ ਪੀਰ ਸਹਾਰ ਸਕੈ ਨਾ ਕਦੇ। ਭਲੇ ਪੁਰਸ਼ ਦੂਜੇ ਦੀ ਪੀੜ ਵੇਖ ਕੇ ਦੁਖੀ ਹੋ ਜਾਂਦੇ ਆ, ਦੂਜੇ ਦਾ ਦੁੱਖ ਵੇਖ ਖੁਸ਼ ਨਹੀਂ ਹੁੰਦੇ,
ਤੇ ਮਨਮੁਖ ਬੰਦਾ ਦੂਜੇ ਦਾ ਦੁੱਖ ਵੇਖ ਬੜਾ ਅੰਦਰੋਂ ਖੁਸ਼ ਹੁੰਦਾ ਹੈ, ਉੱਤੋਂ ਉੱਤੋਂ ਦੁੱਖ ਜਤਾਉਂਦਾ ਹੈ, ਮਾੜਾ ਹੋਇਆ ਅੰਦਰੋਂ ਬੜਾ ਖੁਸ਼ ਹੈ, ਕਹਿੰਦਾ ਵਧੀਆ ਹੋਇਆ। ਇਹ ਬੁਰੇ ਦੀ ਗੱਲ ਆ ਨਾ, ਪਰ ਕਿਤੇ ਜਿਹੜਾ ਚੰਗਾ ਇਨਸਾਨ ਹੈ, ਜਿੱਦਣ ਉਹਦੇ ਦੁਸ਼ਮਣ ਦਾ ਵੀ ਕਿਤੇ, ਜਿਹਨੂੰ ਦੁਸ਼ਮਣ ਨਹੀਂ ਵੀ ਮੰਨਦਾ ਪਰ ਲੋਕ ਬੜੇ ਫਿਰਦੇ ਆ, ਉਹਦਾ ਵੀ ਬੁਰਾ ਹੋਇਆ ਉਹ ਤਾਂ ਵੀ ਕਹਿੰਦਾ ਰੱਬਾ ਆਹ ਕੰਮ ਦੁਸ਼ਮਣ ਦੇ ਘਰ ਵੀ ਨਾ ਹੋਵੇ, ਇਹਦਾ ਵੀ ਬੁਰਾ ਨਾ ਹੋਵੇ, ਦੁਸ਼ਮਣ ਦੇ ਬੱਚੇ ਦੁਖੀ ਨਾ ਹੋਣ, ਉਹਦਾ ਪਰਿਵਾਰ ਵੀ ਨਾ ਰੋਵੇ। ਕਹਿੰਦੇ ਭਲਾ ਮੰਗੀ ਜਾਂਦਾ ਹੈ, ਕਿਉਂ ਮੰਗ ਰਿਹਾ ਹੈ? ਜਦ ਕਿ ਦੁਨੀਆ ਉਹਦਾ ਬੁਰਾ ਕਰ ਰਹੀ ਹੈ। ਕਹਿੰਦੇ ਪਰਮਾਰਥੀ ਹੈ, ਉਹਦਾ ਸੁਭਾਅ ਹੈ ਮੁੱਢ ਕਦੀਮੀ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਕੋਈ ਲੱਖ ਬੁਰਾ ਕਰੇ, ਭਗਤਾਂ ਦੀ ਬਾਣੀ ਆ ਪੜ੍ਹਦੇ ਹੋ ਨਾ, ਇਹ ਕਿਉਂ ਰਚੀ ਉਹਨਾਂ ਨੇ? ਪਿਛਲੇ ਜਨਮਾਂ ਦੇ ਖਿਆਲਾਤ ਰੱਖ ਕੇ ਰਚੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਕਹਿੰਦੇ ਮਨ ਕਰਕੇ ਗੁੱਸਾ ਨਾ ਕਰਿਆ ਕਰ, ਤੇ ਦੂਜੇ ਦਾ ਬੁਰਾ ਨਾ ਕਦੇ ਕਰੀ। ਕਿਉਂ ਨਾ ਕਰੀ? ਕਿਉਂਕਿ ਜਿਹਨੂੰ ਮੈਂ ਬੁਰਾ ਕਹਿਣਾ ਉਹਦੇ ਵਿੱਚ ਵੀ ਮੇਰਾ ਵਾਹਿਗੁਰੂ ਬੈਠਾ ਹੈ। ਕਰਾਂਗੀ ਨਾ, ਮੇਰੇ ਅੰਦਰ ਵੀ ਵਾਹਿਗੁਰੂ ਹੈ, ਬਾਹਰ ਵੀ ਵਾਹਿਗੁਰੂ ਹੈ। ਹੋ ਸਕਦਾ ਮੇਰੇ ਨਾਲੋਂ ਦੁਨਿਆਵੀ ਤੌਰ ਤੇ ਮੇਰਾ ਦੁਸ਼ਮਣ ਗੁਰਦੁਆਰੇ ਮੰਦਿਰ ਮਸਜਿਦ ਵੱਧ ਜਾਂਦਾ ਹੋਵੇ, ਉਹ ਵੱਧ ਭਗਤੀ ਕਰਦਾ ਹੋਵੇ, ਪਰ ਮੈਂ ਕਹਿੰਦਾ ਮਾੜਾ ਬੜਾ ਹੋ ਨਹੀਂ। ਕਹਿੰਦੇ ਬੁਰੇ ਦਾ ਵੀ ਭਲਾ ਕਰਿਆ ਕਰ, ਵੈਸੇ ਤੇ ਤੇਰੀ ਨਜ਼ਰ ਚ ਬੁਰਾ ਹੈ ਹੀ ਕੋਈ, ਸਭ ਦਾ ਭਲਾ ਮੰਗ, ਪਰ ਗੁੱਸਾ ਨਹੀਂ ਕਰਨਾ, ਮਨ ਨਾ ਹਟਾਏ। ਗੁੱਸਾ ਕਿਉਂ ਨਹੀਂ ਕਰਨਾ ਜੀ? ਕਹਿੰਦੇ ਭਾਈ ਦੇਹੀ ਰੋਗ ਨਾ ਲਗਈ, ਪੱਲਾ ਸਭ ਕੁਛ ਪਾਏ। ਤੇਰੀ ਦੇਹ ਨੂੰ, ਸਰੀਰ ਨੂੰ ਰੋਗ ਨਹੀਂ ਕੋਈ ਲੱਗਣਾ, ਤੇਰੇ ਪੱਲੇ 'ਚ ਸਾਰਾ ਕੁਝ ਚੰਗੇ ਗੁਣ ਨੇ। ਜਿਹੜਾ ਬੰਦਾ ਗੁੱਸਾ ਨਹੀਂ ਕਰਦਾ ਜੀ, ਲੋਕ ਕੀ ਕਹਿੰਦੇ ਆ? ਕਹਿੰਦੇ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਾ, ਨਹੀਂ ਕਿਸੇ ਦਾ ਬੁਰਾ ਕਰਦਾ, ਇਹ ਨਹੀਂ ਅੱਗੋਂ ਮਾੜਾ ਬੋਲਦਾ। ਫਿਰ ਉਹਦੇ ਸ਼ੁਭ ਗੁਣ ਇਕੱਠੇ ਹੋ ਗਏ ਨਾ, ਕਿਉਂਕਿ ਉਹਦੇ ਜੀਵਨ ਵਿੱਚ ਹੈ। ਇੱਕ ਮੇਰੇ ਵਰਗਾ ਗੁੱਸੈਲ ਬੰਦਾ ਸਾਰਾ ਦਿਨ ਮੂੰਹ ਹੈਲੀਕਾਪਟਰ ਵਰਗਾ ਬਣਿਆ ਰਹਿੰਦਾ, ਸਾਰਾ ਦਿਨ ਗੁੱਸੇ ਦੇ ਵਿੱਚ। ਉਹਨੂੰ ਕੋਈ ਚੰਗਾ ਵੀ ਕਹਿ ਦਿਓ, ਮਾੜਾ ਵੀ ਕਹਿ ਦਿਓ, ਚੱਲਣਾ ਉਹਨੇ ਪੁੱਠਾ ਹੀ ਹੁੰਦਾ। ਖੁਦਾ ਦਾ ਨਾਮ ਕਿਉਂ? ਉਹਦੇ ਕਰਮਾਂ 'ਚ ਲਿਖਿਆ ਹੋਇਆ, ਉਹਦੇ ਥਾਟ ਏਦਾਂ ਦੇ ਨੇ, ਉਹਦੇ ਵਿਚਾਰ ਏਦਾਂ ਦੇ ਨੇ। ਪਰ ਪਰਮਾਰਥੀ ਲੋਕ ਕਿਸੇ ਦਾ ਬੁਰਾ ਚਿੱਤ ਨਹੀਂ ਸਕਦੇ। ਕੋਈ ਦਰਵਾਜ਼ੇ ਖੜ ਕੇ ਵੀ ਉਹਨਾਂ ਨੂੰ ਬੁਰਾ ਬੋਲ ਜਾਵੇ। ਕਰਨਾ ਮਨ ਕੋਮਲ ਸੀਲਜ ਤੰ, ਸੁਖ ਪਾਵਤ ਹੈ ਪਰਲੋਕ ਗਤੰ। ਉਹ ਦੂਜੇ ਦਾ ਦੁੱਖ ਵੇਖ ਹੱਸਦੇ ਨਹੀਂ, ਸਗੋਂ ਦੁੱਖ ਵੇਖ ਦੁਖੀ ਹੋ ਜਾਂਦੇ ਆ। ਇਹ ਪਰਮਾਰਥੀ ਬੰਦਿਆਂ ਦੀ ਗੱਲ। ਮਨਮੁਖ ਬੰਦੇ ਦੂਜੇ ਦਾ ਦੁੱਖ ਵੇਖ ਬੜਾ ਹੱਸਦੇ ਆ, ਦੂਜੇ ਦੀ ਖੁਸ਼ੀ ਵੇਖ ਉਹ ਆਪਣੇ ਸੁੱਖਾਂ ਤੋਂ ਸੁਖੀ ਨਹੀਂ, ਦੂਜੇ ਦੇ ਦੁੱਖਾਂ ਤੋਂ ਦੁਖੀ ਨੇ। ਉਹਦਾ ਮੁੰਡਾ ਬਾਹਰ ਕਿਉਂ ਚਲ ਗਿਆ, ਉਹਦੀ ਧੀ ਕਿਉਂ ਚਲੇ ਗਈ, ਉਹਦਾ ਘਰ ਸੈੱਟ ਕਿਵੇਂ ਹੋ ਗਿਆ, ਉਹਨੇ ਜ਼ਮੀਨ ਕਿਵੇਂ ਲੈ ਲਈ। ਹਾਏ ਸਾਡੇ ਵਾਲਾ ਤੇ ਕਰਦੇ ਹੀ ਕੁਛ, ਇਹ ਨੌਕਰੀ ਨਹੀਂ ਛੱਡਦੇ ਆ ਨਾ ਜੀ। ਤੇ ਇਹ ਉਹ ਨੇ, ਦੂਜੇ ਦਾ ਵੇਖ ਬੜੀ ਖੁਸ਼ੀ ਹੁੰਦੀ। ਕਹਿੰਦੇ ਚਲੋ ਵਾਹਿਗੁਰੂ ਸਭ ਦਾ ਹੀ ਭਲਾ ਕਰੇ, ਸਭ ਦਾ ਕਰੇ। ਇੱਥੇ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦੁਨੀਆ ਉਹਨਾਂ ਦਾ ਬੁਰਾ ਕਰਦੀ ਹੈ, ਜ਼ਮਾਨਾ ਉਹਨਾਂ ਬਾਰੇ ਮਾੜਾ ਬੋਲਦਾ ਹੈ, ਪਰ ਉਹ ਪਤਾ ਕੀ ਸੋਚਦੇ ਆ? ਕਿਉਂ ਨਹੀਂ ਮਾੜਾ ਕਹਿੰਦੇ, ਕਿਉਂ ਸ਼ਰਾਪ ਨਹੀਂ ਦਿੰਦੇ? ਕਹਿੰਦੇ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਆ, ਇਹਨਾਂ ਦੇ ਕਰਮ ਹੀ ਇਹੋ ਜਿਹੇ ਆ। ਖੁਦਾ ਦਾ ਨਾਮ, ਰੱਬ ਨੇ ਡਿਊਟੀ ਇਹਨਾਂ ਦੀ ਇਸੇ ਕੰਮ ਵਾਸਤੇ ਲਾਈ ਹੋਈ ਹੈ ਵੀ ਤੂੰ ਸਾਰੇ ਜ਼ਮਾਨੇ ਦੀ ਮੈਲ ਜੀਵਨ ਸਾਫ਼ ਕਰ ਦੇ। ਉਹ ਕਰ ਰਿਹਾ, ਲਾਇਆ ਹੋਇਆ ਉਹਨੂੰ। ਜਿੱਥੇ ਜਿੱਥੇ ਰੱਬ ਜਿਹਨੂੰ ਲਾਉਂਦਾ ਲੱਗਿਆ ਰਹਿੰਦਾ ਹੈ। ਕੁਛ ਬੰਦਾ ਆਪਣੇ ਕਰਮਾਂ ਕਰਕੇ ਲੱਗਿਆ, ਚਾਹ ਕੇ ਵੀ ਕਈ ਬੰਦੇ ਨਿੰਦਿਆ ਚੁਗਲੀ ਨਹੀਂ ਛੱਡ ਸਕਦੇ। ਉਹ ਭਾਵੇਂ ਪਾਠ ਵੀ ਕਰੀ ਜਾਣ, ਧਰਮ ਵੀ ਕਮਾ ਲੈਣ, ਨਹੀਂ ਆ ਸਕਦੇ। ਚਾਹ ਕੇ ਵੀ ਕਈ ਝੂਠ ਨਹੀਂ ਛੱਡ ਸਕਦੇ, ਚਾਹ ਕੇ ਵੀ ਕਈ ਦੂਜੇ ਦਾ ਬੁਰਾ ਕਰਨ ਨੂੰ ਨਹੀਂ ਹਟ ਸਕਦੇ। ਉਹ ਧਰਮ 'ਚ ਵੀ ਇਹੋ ਜਿਹੀਆਂ ਮਿਸਾਲਾਂ ਦੇ ਦੇਣਗੇ, ਲੈ ਫਲਾਣੇ ਨੇ ਇਦਾਂ ਕੀਤਾ ਸੀ, ਉਹਨੇ ਇਦਾਂ ਕਰਦਾ ਸੀ। ਕਿਉਂਕਿ ਬੁਰਾਈ ਹੈ ਨਾ, ਪਰੰਪਰਾ ਹੀ ਹੈ। ਜਦੋਂ ਭਾਈ ਬਾਲਾ ਜੀ ਦੇ ਬਚਨਾਂ ਨੂੰ ਸੁਣਿਆ, ਫਿਰ ਭਾਈ ਬਾਲਾ ਜੀ ਪੁੱਛਦੇ, ਕਹਿੰਦੇ ਸਿੱਖੋ ਕੋਈ ਸ਼ੰਕਾ ਰਹਿ ਗਿਆ ਹੁਣ? ਕਹਿੰਦੇ ਨਹੀਂ, ਹੁਣ ਸ਼ੰਕਾ ਨਹੀਂ ਹੈ। ਪਹਿਲਾਂ ਖਿਆਲ ਆਇਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਾਰੇ ਬੁਰਾ ਕਰਦੇ, ਉਹ ਕਿਉਂ ਨਹੀਂ ਕਰਦੇ? ਕਹਿੰਦੇ ਭਾਈ ਬੁਰਾ ਕਰਨ ਵਾਲਿਆਂ ਨੂੰ ਮੁੱਢ ਕਦੀਮੀ ਇਹ ਦਾਤ ਮਿਲੀ ਹੋਈ ਵੀ ਤੁਸੀਂ ਕਿਸੇ ਦਾ ਵੀ ਭਲਾ ਨਹੀਂ ਕਰ ਸਕਦੇ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕੋਲ ਬੁੱਢੋ ਦਾਤ ਹੈ ਵੀ ਤੁਸੀਂ ਸੁਪਨੇ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦੇ। ਆਖੋ ਸਤਿਨਾਮ। ਇਸ ਕਰਕੇ ਮਾੜਾ ਨਹੀਂ ਕਹਿੰਦੇ, ਉਹਨਾਂ ਦੇ ਜੀਵਨ ਵਿੱਚ ਇਹ ਸ਼ੁਭ ਕਰਮ ਲਿਖੇ ਨੇ। ਈਰਖਾਂ ਪਰੁਖਾਂ ਸ਼ਰ ਅਮਰਖਾਂ, ਮਨ ਸ਼ਾਂਤ ਸਦਾ ਬਿਨਤੀ ਤ੍ਰਿਖਾਂ। ਚੰਗੇ ਮਨੁੱਖਾਂ ਦੇ ਅੰਦਰ ਈਰਖਾ ਨਹੀਂ ਹੁੰਦੀ, ਕਠੋਰਤਾ ਨਹੀਂ ਹੁੰਦੀ, ਵੈਰ ਵਿਰੋਧ ਤੇ ਸਾੜਾ ਨਹੀਂ ਹੁੰਦਾ। ਇਹ ਚਾਰ ਚੀਜ਼ਾਂ ਤੋਂ ਰਹਿਤ ਹੁੰਦੇ ਨੇ। ਜਿੱਥੇ ਚਾਰੇ ਚੀਜ਼ਾਂ ਨਹੀਂ, ਕਹਿੰਦੇ ਉੱਥੇ ਮਨ ਹਰ ਵੇਲੇ ਸੁਖੀ। ਆਖੋ ਸਤਿਨਾਮ। ਹਰ ਵੇਲੇ ਸੁਖੀ। ਅਸੀਂ ਸੁਖੀ ਨਹੀਂ ਹੋ ਸਕਦੇ। ਸਾਡੇ ਕੋਲ ਬੜਾ ਕੁਝ ਹੈ, ਦੁਨੀਆ ਦੇ ਪਦਾਰਥ ਬੜੇ, ਸੁਖੀ ਕਿਉਂ ਨਹੀਂ? ਈਰਖਾ ਬਹੁਤ ਹੈ ਸਾਡੇ 'ਚ। ਅਸੀਂ ਦੂਜੇ ਨੂੰ ਅੱਗੇ ਵੱਧਦਾ ਨਹੀਂ ਵੇਖ ਸਕਦੇ। ਕਿਸੇ ਦਾ ਧੀ ਪੁੱਤ ਅੱਗੇ ਜਾਂਦਾ ਹੋਵੇ ਤੇ ਸਾਡੇ ਵਾਲੇ ਨੂੰ ਪੁੱਛੇ ਨਾ, ਅਸੀਂ ਉੱਥੇ ਸੜੀ ਜਾਂਦੇ ਹਾਂ, ਭੁੱਜੀ ਜਾਂਦੇ ਹਾਂ ਅੰਦਰ। ਉਹਦਾ ਕੁਝ ਨਹੀਂ ਗਿਆ, ਆਪਣਾ ਰਿਹਾ ਲੱਖ ਨਹੀਂ। ਸੜ ਬੁਰਾ ਹਾਲ, ਕਠੋਰ ਹੋ ਜਾਣਾ, ਕਿਸੇ ਨੂੰ ਮਿੱਠਾ ਬੋਲ ਨਹੀਂ ਬੋਲਣਾ। ਕਹਿੰਦੇ ਈਰਖਾ, ਕਠੋਰਤਾ, ਕੌੜੇ ਬੋਲ ਬੋਲਣੇ।
ਕਹਿੰਦੇ ਇਹ ਮਨਮੁਖ ਬੰਦਿਆਂ ਦੇ ਹਿੱਸੇ ਆਉਂਦੇ ਆ, ਪਰ ਬੰਦਗੀ ਵਾਲੇ, ਰੱਬ ਦਾ ਨਾਮ ਜਪਣ ਵਾਲੇ, ਜ਼ਮਾਨੇ ਨੇ ਭੰਡਿਆ ਵੀ, ਮਾੜਾ ਵੀ ਕਿਹਾ, ਬੁਰਾ ਵੀ ਆਖਿਆ, ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਹਿੰਦੇ ਜੇ ਬੰਦਾ ਮੈਨੂੰ ਬੁਰਾ ਬੋਲਦਾ, ਇਹ ਚ ਬੋਲਣ ਵਾਲਾ ਵੀ ਤੇ ਮੇਰਾ ਪਰਮਾਤਮਾ ਹੀ। ਆਖੋ ਸਤਿਨਾਮ। ਮੇਰੇ ਚ ਕਮੀ ਹੋਣੀ। ਕਹਿੰਦੇ ਭਾਈ ਉਹ ਸੁਖੀ ਹੁੰਦੇ ਆ, ਖੁਸ਼ ਹੁੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜੀਵਨ ਕਰਕੇ ਆਨੰਦਤ ਨੇ, ਉਹ ਆਨੰਦ ਦੀ ਅਵਸਥਾ ਤੇ ਬੈਠੇ ਆ। ਇਸ ਕਰਕੇ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹ ਜਾਣਦੇ ਆ। ਜਿਵੇਂ ਅੰਬ ਤੋੜਨ ਵਾਲਾ ਰੁੱਖ ਨੂੰ ਵੱਢਣ ਬਾਰੇ ਸੋਚਦਾ ਹੈ, ਕਹਿੰਦੇ ਉਹਦੇ ਅੰਦਰ ਵਿਚਾਰ ਜਨਮਾਂ ਜਨਮਾਂ ਦੇ, ਉਹ ਚੰਗਾ ਨਹੀਂ ਸੋਚ ਸਕਦਾ। ਤੇ ਜਿਹਦੇ ਅੰਦਰ ਚੰਗਾ ਸੋਚਣ ਦੀ ਗੱਲ ਹੈ, ਉਹ ਤੱਤੀਆਂ ਤਵੀਆਂ ਤੇ ਵੀ ਬਹਿ ਗਏ, ਉਹਨਾਂ ਫੇਰ ਭਲਾ ਹੋ ਗਿਆ। ਸੀਸ ਵੀ ਕਟਾ ਲਏ, ਫੇਰ ਵੀ ਭਲਾ ਕਰਦੇ ਆ। ਉਹਨਾਂ ਦੇ ਸਿੱਖਾਂ ਨੇ ਤਨ ਆਰੇ ਨਾਲ ਚਰਾਏ, ਰੰਬੀਆਂ ਨਾਲ ਛਿੱਲੇ ਗਏ, ਫੇਰ ਭਲਾ ਕਰੀ ਜਾਂਦੇ ਆ। ਉਹ ਟੁਕੜੇ ਟੁਕੜੇ ਹੋ ਕੇ ਵੀ ਭਲਾ ਹੀ ਮੰਗਦੇ ਆ, ਭਲਾ ਹੀ ਮੰਗਦੇ ਆ। ਕਿਉਂ? ਕਿਉਂਕਿ ਗੁਰੂ ਦੀ ਕਿਰਪਾ ਹੈ, ਜਨਮਾਂ ਜਨਮਾਂ ਦੇ ਚੰਗੇ ਵਿਚਾਰ ਨੇ ਉਹਨਾਂ ਦੇ ਕੋਲੇ, ਉਹ ਮਹਾਨ ਹਨ। ਜਦੋਂ ਸਾਰਿਆਂ ਸਿੱਖਾਂ ਨੇ ਸੁਣਿਆ, ਨਮਸਕਾਰ ਕਰ ਦਿੱਤੀ, ਭਾਈ ਬਾਲਾ ਜੀ ਐਸੇ ਸਤਿਗੁਰਾਂ ਦੀ ਸੰਗਤ ਤੁਸੀਂ ਕੀਤੀ ਤੇ ਸੱਚਮੁੱਚ ਵੇਖਿਆ ਤੁਹਾਡੇ ਅੰਦਰ ਵੀ ਕੋਈ ਐਬ ਨਹੀਂ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਭਾਈ ਬਾਲਾ ਮੇਰਾ ਰੂਪ ਹੈ, ਇਹਦੇ ਤੇ ਮੇਰੇ 'ਚ ਫਰਕ ਕੋਈ ਨਹੀਂ, ਕਿਉਂਕਿ ਅਵਸਥਾ ਐਸੀ ਹੈ। ਅੱਜ ਬੜਾ ਕੁਝ ਸਿੱਖਣ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕਿਤੇ ਗੁਰੂ ਕਿਰਪਾ ਕਰੇ ਨਾ, ਬਹੁਤਾ ਨਹੀਂ, ਇੱਕ ਕਣਕਾ ਵੀ ਸਾਡੇ ਜੀਵਨ ਦੇ ਨੇੜੇ ਤੇੜੇ ਆ ਜਾਏ ਨਾ, ਸਾਨੂੰ ਕੋਈ ਗਾਲਾਂ ਕੱਢ ਜੇ ਅਸੀਂ ਮਾੜਾ ਨਾ ਭੁੱਲੀਏ, ਸਾਨੂੰ ਕੋਈ ਬੁਰਾ ਕਹਿੰਦਾ ਹੈ ਸਾਨੂੰ ਦੁੱਖ ਵੀ ਨਾ ਲੱਗੇ। ਭਾਵੇਂ ਕਈ ਵਾਰ ਅਸੀਂ ਉੱਤੋਂ ਕਹਿੰਦੇ ਨੇ ਮੈਨੂੰ ਫਰਕ ਨਹੀਂ ਪੈਂਦਾ, ਅੰਦਰ ਪੈਂਦਾ ਹੈ, ਅੰਦਰ ਹੁੰਦਾ ਹੈ। ਕਿਉਂ ਹੁੰਦਾ ਹੈ? ਇੱਕ ਦਿਨ ਐਸਾ ਆ ਜੇ ਜ਼ਮਾਨਾ ਸਾਰਾ ਵੀ ਮਾੜਾ ਕਹਿ ਦੇਗਾ, ਫਰਕ ਨਾ ਪਵੇ। ਜਿੱਦਣ ਇਹ ਫਰਕ ਪੈਣੋਂ ਹਟ ਗਿਆ, ਸਮਝ ਲਓ ਜੀਵਨ ਵਿੱਚ ਐਸਾ ਫਰਕ ਦਿਸੇਗਾ, ਰੱਬ ਹਰ ਥਾਂ ਤੇ ਨਜ਼ਰ ਆਏਗਾ। ਅੱਜ ਭਾਈ ਬਾਲਾ ਜੀ ਨੇ ਬੜੇ ਵੱਡੇ ਸਵਾਲ ਦਾ ਜਵਾਬ ਦਿੱਤਾ। ਸਮਾਂ ਸਮਾਪਤ ਹੈ। ਵਾਹਿਗੁਰੂ 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 ਵਾਹਿਗੁਰੂ।